जियो ना दे राज ना दे जो लोग निज बल से
ਰੱਬ ਦੀ ਯਾਰੀ ਬੰਦਿਆ ਮਾਣ ਨਾ ਕਰੀ। ਇਹ ਜਗ ਚਾਰ ਦਿਨਾਂ ਦਾ ਮੇਲਾ ਬੰਦਿਆ ਮਾਣ ਨਾ ਕਰੀ। ਇਹ ਜਗ ਚਾਰ ਦਿਨਾਂ ਦਾ ਮੇਲਾ ਬੰਦਿਆ ਮਾਣ ਨਾ ਕਰੀ। ਕਰਦਾ ਫਿਰਦਾ ਮੇਰੀ ਮੇਰੀ ਹੁਣ ਅੰਤ ਖਾਕ ਦੀ ਤੇਰੀ। ਕਰਦਾ ਫਿਰਦਾ ਮੇਰੀ ਮੇਰੀ ਹੁਣ ਅੰਤ ਖਾਕ ਦੀ ਤੇਰੀ। ਕਰਦਾ ਫਿਰਦਾ ਮੇਰੀ ਮੇਰੀ ਕਰਦਾ ਫਿਰਦਾ ਮੇਰੀ ਮੇਰੀ ਕਰਦਾ ਫਿਰਦਾ ਮੇਰੀ ਮੇਰੀ ਹੁਣ ਅੰਤ ਖਾਕ ਦੀ ਤੇਰੀ। ਕਰਦਾ ਫਿਰਦਾ ਮੇਰੀ ਮੇਰੀ ਹੁਣ ਅੰਤ ਖਾਕ ਦੀ ਤੇਰੀ। ਸਾਥ ਨਾਥ ਧਰਤੀ ਤੇਰੀ ਸਾਥ ਨਾਥ ਧਰਤੀ ਤੇਰੀ ਬੰਦਿਆ ਮਾਣ ਨਾ ਕਰੀ। ਇਹ ਜਗ ਚਾਰ ਦਿਨਾਂ ਦਾ ਮੇਲਾ ਬੰਦਿਆ ਮਾਣ ਨਾ ਕਰੀ। ਇਹ ਜਗ ਚਾਰ ਦਿਨਾਂ ਦਾ ਮੇਲਾ ਬੰਦਿਆ ਮਾਣ ਨਾ ਕਰੀ। ਜੇ ਤੂੰ ਭਵ ਸਾਗਰ ਨੂੰ ਤਰਨਾ ਪੈਣਾ ਭਜਨ ਗੁਰਾਂ ਦਾ ਕਰਨਾ। ਜੇ ਤੂੰ ਭਵ ਸਾਗਰ ਨੂੰ ਤਰਨਾ ਪਹਿਲਾ ਭਜਨ ਗੁਰਾਂ ਦਾ ਕਰਨਾ। ਤੂੰ ਭਵ ਸਾਗਰ ਨੂੰ ਤਰਨਾ ਪੈਣਾ ਭਜਨ ਗੁਰਾਂ ਦਾ ਕਰਨਾ। ਜੇ ਤੂੰ ਭਵ ਸਾਗਰ ਨੂੰ ਤਰਨਾ ਪਹਿਲਾ ਭਜਨ ਗੁਰਾਂ ਦਾ ਕਰਨਾ। ਸਿਆਲਮ ਜੋਦੇ ਚਰਨਾ ਬਾਰ ਸਿਆਲਮ ਪੰਤੀ ਚਰਨਾ ਐਵੇਂ ਮਾਣ ਨਾ ਕਰੀ। ਇਹ ਜਗ ਚਾਰ ਦਿਨਾਂ ਦਾ ਮੇਲਾ ਬੰਦਿਆ ਮਾਣ ਨਾ ਕਰੀ। ਇਹ ਜਗ ਚਾਰ ਦਿਨਾਂ ਦਾ ਮੇਲਾ ਬੰਦਿਆ ਮਾਣ ਨਾ ਕਰੀ। ਇਹ ਜਗ ਚਾਰ ਦਿਨਾਂ ਦਾ ਮੇਲਾ ਬੰਦਿਆ ਮਾਣ ਨਾ ਕਰੀ। ਹੋ ਹੋ ਜਿਸ ਕੌਮ ਦੀ ਸ਼ਕਤੀ ਵੇਖਣੀ ਏ ਕਦੇ ਗਿਣੋ ਨਾ ਉਹਦੇ ਮਰੀਦ ਕਿੰਨੇ ਬੰਦੇ ਗਿਣੋ ਨਾ ਸਗੋਂ ਕਰੋ ਗਿਣਤੀ ਇਸ ਕੌਮ 'ਚ ਹੋਏ ਸ਼ਹੀਦ ਕਿੰਨੇ। ਗਿਣੋ ਸੰਸਾਰ ਦੀਆਂ ਕੁੱਲ ਕੌਮਾਂ ਵੇਖੋ ਕੌਣ ਨੀਵੀਂ ਤੇ ਕੌਣ ਉੱਚੀ। ਜਿਸ ਕੌਮ 'ਚ ਹੋਏ ਸ਼ਹੀਦ ਬਹੁਤੇ ਉਹਨਾਂ ਕੌਮਾਂ ਦੀ ਰਹਿੰਦੀ ਸਦਾ ਧੌਣ ਉੱਚੀ। ਇਸ ਕੁੱਲ ਦੁਨੀਆ ਦੇ ਸਭ ਤੋਂ ਵਧੀਆ ਸੱਚੀ ਸੁੱਚੀ ਕਿਰਤ ਕਰਨ ਵਾਲੇ ਅੰਨਦਾਤਾ ਜਿਹਨੂੰ ਅਸੀਂ ਕਿਸਾਨ ਕਹਿੰਦੇ ਹਾਂ, ਆਪਣੇ ਹੱਕਾਂ ਦੀ ਲੜਾਈ ਦੇ ਲਈ ਲੱਗੇ ਇਸ ਮੋਰਚੇ 'ਚ ਹਾਜ਼ਰੀਆਂ ਭਰ ਰਹੇ ਹਾਜ਼ਰੀਨ ਗੁਰੂ ਪਿਆਰੇ ਸਾਧ ਸੰਗਤ ਜੀ ਵੀਰੋ, ਆਓ ਕੁਝ ਕਹਿਣ ਦੀ ਆਗਿਆ ਬਖਸ਼ਿਸ਼ ਕਰੋ। ਜੋ ਢਾਡੀ ਪ੍ਰਥਾ ਦਾ ਅਸੂਲ ਹੈ, ਗੁਰਫਤਿਹ ਦੀ ਸਾਂਝ ਪਾਈਓ ਸਾਹਿਬੇ ਕਮਾਲ ਸਤਿਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਮਹਾਨ ਬਖਸ਼ਿਸ਼। ਗੁਰਫਤਿਹ ਕਰੋ ਬੁਲੰਦ ਆਖੋ ਗੱਜ ਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਕਾਫੀ ਲੰਬੇ ਸਮੇਂ ਤੋਂ ਇਹ ਮੋਰਚਾ ਚੱਲ ਰਿਹਾ ਹੈ ਔਰ ਇਹਨਾਂ ਸਟੇਜਾਂ ਤੋਂ ਇੱਕ ਵਧੀਆ ਬੁਲਾਰੇ ਬੋਲ ਕੇ ਗਏ, ਆਪੋ ਆਪਣੀਆਂ ਦਲੀਲਾਂ ਦੇ ਕੇ ਗਏ। ਅੱਜ ਵੀ 2-3 ਵੀਰਾਂ ਨੂੰ ਸੁਣਨ ਦਾ ਮੌਕਾ ਮਿਲਿਆ ਤੇ ਉਹਦੇ 'ਚ ਮੈਂ ਕਿਸੇ ਨੂੰ ਕ੍ਰਿਟੀਸਾਈਜ਼ ਕਰਾਂ ਜਾਂ ਕੋਈ ਇਹ ਕਮਾਂ ਇਹ ਨਹੀਂ ਬੋ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਪਿੰਨ ਪਿੰਨ ਤੋਹਿ ਤੇਤੀ ਤੇ ਇੱਕ ਦੂ ਇੱਕ ਚੜ੍ਹੰਦੀਆਂ ਕੌਣ ਜਾਣੇ ਮੇਰਾ ਨਾਂ ਜੀ ਉਹ ਸਾਰੇ ਮੁਬਾਰਕ ਹੈ। ਤੇ ਇਹ ਗੁਰੂ ਖਾਲਸਾ ਜੀ ਹੈ ਸਾਡਾ ਮੋਰਚਾ। ਕਿਤੇ ਅੱਜ ਕਿਸੇ ਲੀਡਰ ਨੇ ਇੱਥੇ ਆਉਣਾ ਹੁੰਦਾ, ਕਿਸੇ ਕਲਾਕਾਰ ਨੇ ਆਉਣਾ ਹੁੰਦਾ ਨਾ, ਤੇ ਮੇਰਾ ਖਿਆਲ ਹੈ ਕਿਸੇ ਨੂੰ ਕਹਿਣ ਦੀ, ਸੱਦਣ ਦੀ, ਪੁੱਛਣ ਦੀ ਲੋੜ ਹੀ ਨਹੀਂ ਸੀ। ਤੇ ਨਾਲ ਅਸੀਂ ਲਫ਼ਜ਼ ਇਹ ਕਹਿੰਦੇ ਆ ਜੀ, ਕਿਸਾਨਾਂ ਦੇ ਮੋਰਚੇ ਦੀ ਅਸੀਂ ਹਮਾਇਤ ਕਰਦੇ ਹਾਂ। ਉਹ ਜਿਹੜਾ ਅੰਨਦਾਤਾ ਸਾਰਿਆਂ ਦੇ ਢਿੱਡ ਭਰਦਾ, ਉਹਦੀ ਹਮਾਇਤ ਕਰਨ ਵਾਲੇ ਅਸੀਂ ਕੌਣ ਹੈ, ਚਾਹੇ ਕੋਈ ਵੀ ਹੋਵੇ, ਚਾਹੇ ਕੋਈ ਪੋਲੀਟੀਕਲ ਲੀਡਰ ਹੋਵੇ, ਚਾਹੇ ਕੋਈ ਕਲਚਰਲ ਬੁਲਾਰਾ ਹੋਵੇ, ਚਾਹੇ ਕੋਈ ਹੋਰ ਹੋਵੇ, ਚਾਹੇ ਅਸੀਂ ਢਾਡੀ ਹੋਈਏ, ਕੋਈ ਵੀ ਹੋਈਏ, ਸਾਰੇ ਇੱਕੋ ਕੈਟਾਗਰੀ ਦੀ ਗੱਲ ਮੈਂ ਕਰਦਾ ਕਿ ਜਿਹੜਾ ਸਾਰਿਆਂ ਦਾ ਅੰਨਦਾਤਾ ਉਹਦੀ ਹਮਾਇਤ ਅਸੀਂ ਕਰੀਏ ਤੇ ਕਦੀ ਗੱਲ ਕੋਈ ਜੱਚਦੀ ਨਹੀਂ, ਕਿਉਂਕਿ ਹੱਕ ਮੰਗਿਆ ਨਹੀਂ ਮਿਲਦੇ, ਲੈਣੇ ਪੈਂਦੇ। ਇਹ ਯਾਦ ਰਵੇ, ਹੱਕ ਮੰਗਿਆ ਨਹੀਂ ਮਿਲਦੇ, ਲੈਣੇ ਪੈਂਦੇ। ਤੇ ਜਦੋਂ ਹੱਕ ਲੈਣ ਦੀ ਗੱਲ ਆਉਂਦੀ ਹੈ ਉਦੋਂ ਗੁਰੂ ਪਿਆਰਿਓ ਜੋ ਆ ਮੋਰਚੇ ਲੱਗਦੇ, ਐਜੀਟੇਸ਼ਨਾਂ ਹੁੰਦੀਆਂ, ਇਹ ਕੁਝ ਹੀ ਹੁੰਦਾ। ਪਰ ਮੈਂ ਇੱਕ ਬੇਨਤੀ ਕਰਾਂ, ਜਿੰਨੇ ਵੀ ਮੇਰੇ ਹਾਜ਼ਰੀਨ ਵੀਰ ਬੈਠੇ ਆ, ਚਾਹੇ ਮੇਰੇ ਮੁਲਾਜ਼ਮ ਪੰਜਾਬ ਪੁਲਿਸ ਦੇ ਮੁਲਾਜ਼ਮ ਬੈਠੇ ਆ, ਪਿਛਲਾ ਇਤਿਹਾਸ ਪੜ੍ਹੀਏ, ਅੱਜ ਤੋਂ ਨਹੀਂ ਸਦੀਆਂ ਤੋਂ। ਇਹ ਦਿੱਲੀ ਪੰਜਾਬ ਦੀ ਕਦੇ ਵਫਾਦਾਰ ਨਹੀਂ ਰਹੀ। ਜਿਹੜੀ ਮੈਂ ਬੇਨਤੀ ਕਰਨ ਲੱਗਿਆ ਉਹ 'ਤੇ ਗੌਰ ਕਰਿਓ ਉਸ ਨੁਕਤੇ 'ਤੇ। ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ, ਸਾਰੇ ਮੈਂ ਪਹਿਲੋਂ ਕਿਹਾ ਵਧੀਆ ਆਪੋ ਆਪਣੀ ਥਾਂ। ਇਹ ਦਿੱਲੀ ਕਦੇ ਇਸ ਪੰਜਾਬ ਦੀ ਵਫਾਦਾਰ ਨਹੀਂ ਰਹੀ, ਅੱਜ ਤੋਂ ਨਹੀਂ। ਚਾਹੇ ਅੰਗਰੇਜ਼ਾਂ ਦਾ ਵੇਲਾ ਸੀ ਤੇ ਚਾਹੇ ਬਾਬਰਕਿਆਂ ਦਾ ਵੇਲਾ ਸੀ, ਇਹ ਹਮੇਸ਼ਾ ਪੰਜਾਬ ਦੇ ਉੱਤੇ ਇਹਦਾ ਪੰਜਾ ਜਿਹੜਾ ਸੀ ਉਹ ਚਪੇੜ ਜਾਂ ਥੱਪੜ ਬਣ ਕੇ ਪੈਂਦਾ ਰਿਹਾ। ਉਹਦੇ ਬਾਅਦ ਜਿਹੜਾ ਹਾਕਮ ਦਿੱਲੀ ਦੀ ਕੁਰਸੀ ਤੇ ਬੈਠਾ ਸਾਡੀਆਂ ਵੋਟਾਂ ਲੈ ਕੇ, ਉਹ ਪੰਜਾਬੀਆਂ ਦਾ, ਪੰਜਾਬੀਅਤ ਦਾ ਤੇ ਖਾਸ ਤੌਰ ਸਿੱਖ ਕੌਮ ਦਾ ਕਦੇ ਵਫਾਦਾਰ ਨਹੀਂ ਰਿਹਾ, ਭਾਵੇਂ ਉਹ ਸਾਡੇ ਸਿੱਖ ਬਾਣੇ 'ਚ ਕਿਉਂ ਨਾ ਹੋਵੇ। ਇਹ ਯਾਦ ਰੱਖਿਓ। ਬਾਬਰ ਕਿਹਾ ਤੋਂ ਚੱਲ ਪਓ, ਉਹਦੇ ਪਿੱਛੇ ਗਜ਼ਨਵੀ, ਗੌਰੀ, ਜਿਹਨੂੰ ਮਰਜ਼ੀ ਦੇਖ ਲਓ, ਪਰ ਇਹ ਦਿੱਲੀ ਵਾਲੇ ਭੁੱਲ ਗਏ ਕਿ ਉਹ ਦਰਾ ਖੈਬਰ ਤੇ ਆ ਪੰਜਾਬ ਉਹਨਾਂ ਦਾ ਪਾਏਦਾਨ ਸੀ। ਉਹ ਆਉਣ ਵਾਲੇ ਜਰਵਾਣਿਆਂ ਦਾ 7 ਸਦੀਆਂ ਬਾਅਦ ਮੂੰਹ ਘੁਮਾਇਆ ਤੇ ਇਸ ਪੰਜਾਬ ਦੇ ਉਸ ਕੌਮ ਨੇ ਜਾਂ ਪੰਜਾਬੀਆਂ ਨੇ ਘੁਮਾਇਆ। ਉਦੋਂ ਕੋਈ ਨਹੀਂ ਸੀ ਸਿੱਧਾ ਆਉਂਦਾ ਮੋਰੇ, ਕੋਈ ਨਹੀਂ ਸੀ ਜੰਮਦਿਆਂ, ਚਾਹੇ ਉਹ ਨਲੂਏ ਦੀ ਸ਼ਕਲ 'ਚ ਸੀ, ਚਾਹੇ ਸ਼ੇਰੇ ਪੰਜਾਬ ਸੀ, ਤੇ ਚਾਹੇ ਬਾਬਾ ਬੰਦਾ ਸਿੰਘ ਬਹਾਦਰ ਸੀ। ਕਿਉਂਕਿ ਜ਼ਮੀਨਾਂ ਦੀ ਮਲਕੀਅਤ ਦਿੱਤੀ ਬਾਬਾ ਬੰਦਾ ਸਿੰਘ ਬਹਾਦਰ ਨੇ। ਕਿਸੇ ਦੀ ਖਰਾਇਤ ਨਹੀਂ। ਕੋਈ ਅੱਜ ਕੋਈ ਸਾਨੂੰ ਕਵੇ ਕਿ ਆਹ ਨਹੀਂ, ਇੱਦਾਂ ਕਰ ਲਓ ਤੇ ਉਹ ਕਰ ਲਓ, ਜੇ ਕਰ ਲਓ ਉਹ ਕਰ ਲਓ। ਮੈਂ ਬਹੁਤੀਆਂ ਗੱਲਾਂ ਨਹੀਂ, ਮੈਂ ਤੁਹਾਨੂੰ ਪਹਿਲਾਂ ਇੱਕੋ ਦੱਸ ਦਿੱਤੀ ਵੀ ਉਹ ਦਿੱਲੀ ਪੰਜਾਬ ਦੀ ਕਦੇ ਵਫਾਦਾਰ ਨਹੀਂ, ਤੇ ਦਿੱਲੀ ਦੀ ਕੁਰਸੀ ਤੇ ਬੈਠਣ ਵਾਲਾ ਹਾਕਮ ਕਦੇ ਪੰਜਾਬ, ਪੰਜਾਬੀਅਤ ਦਾ ਤੇ ਸਿੱਖ ਕੌਮ ਦਾ ਕਦੇ ਵਫਾਦਾਰ ਨਹੀਂ ਹੋ ਸਕਿਆ। ਕਿਉਂਕਿ 84 ਦੇ ਦੰਗੇ 31 ਅਕਤੂਬਰ ਤੋਂ 1 ਨਵੰਬਰ ਵਾਲੇ ਮੈਂ ਅੱਖੀਂ ਦੇਖੇ ਆ। ਜਦੋਂ ਸਾਡਾ ਜਮਨਾ ਤੋਂ ਪਰੇ ਕੋਈ ਨੁਕਸਾਨ ਹੋਇਆ ਸੀ ਨਾ, ਉਸ ਵੇਲੇ ਉਹ ਇਕੱਲੇ ਸਿੱਖ ਦਾ ਨਹੀਂ ਸੀ ਹੋ ਰਿਹਾ, ਉਸ ਵੇਲੇ ਉੱਥੇ ਨੁਕਸਾਨ ਇੱਕ ਪੰਜਾਬੀ ਦਾ ਹੁੰਦਾ ਸੀ। ਇਹ ਮੈਂ ਕਿਤਾਬੀ ਗੱਲ ਨਹੀਂ ਕਰਦਾ, ਮੈਂ ਅੱਖੀਂ ਦੇਖਿਆ, ਜੋ ਦੇਖਿਆ ਮੈਂ ਉਹ ਕਹਿ ਰਿਹਾ। ਤੇ ਇਹ ਖਾਲਸਾ ਜੀ, ਇਸ ਭਾਰਤ ਦੇ ਅੰਦਰ ਗੌਰ ਕਰਿਓ, ਨਾ ਤੇ ਫੂਡ ਗ੍ਰੇਨ ਦੀ ਕੋਈ ਸ਼ਾਰਟੇਜ ਆ, ਪੰਜਾਬ ਨੇ ਰਹਿਣ ਨਹੀਂ ਦਿੱਤੀ, ਨਾ ਹੀ ਮਨੀ ਸ਼ਾਰਟੇਜ ਹੈ। ਜੇ ਮਨੀ ਸ਼ਾਰਟੇਜ ਹੁੰਦੀ, ਜਿਹੜਾ ਅਰਬਾਂ ਖਰਬਾਂ ਰੁਪਈਆ ਇਸ ਭਾਰਤ ਦਾ ਸਾਡੇ ਅੜੇ ਅਡਵਾਨੀ ਦੂਏ ਤੀਏ ਵੱਡੇ ਛੋਟੇ ਜਿਹੇ ਲੀਡਰ ਬਣੇ ਫਿਰਦੇ ਆ, ਇਹਨਾਂ ਦੇ ਖਾਤਿਆਂ 'ਚ ਸਵਿਸ ਬੈਂਕ 'ਚ ਪਿਆ, ਉਹ ਕਿੱਥੋਂ ਆਇਆ?
ਜੇ ਮਨੀ ਪ੍ਰੋਬਲਮ ਹੋਵੇ ਉਹ ਪੈਸਾ ਕਿੱਥੇ ਆਉਂਦਾ, ਉਹਦੀ ਵੀ ਕਮੀ ਨਹੀਂ। ਜਿਹੜਾ ਸਾਡਾ ਸਿਸਟਮ ਹੈ ਇੰਨਾ ਕਰਪਟ ਹੈ ਜਾਂ ਇੰਨਾ ਕਰਪਟ ਹੋ ਚੁੱਕਿਆ ਕਿ ਇਹਨਾਂ ਨੇ ਸਾਰਾ ਕੁਝ ਮਲੀਆ ਮੇਟ ਕਰ ਦਿੱਤਾ। ਤੇ ਛੋਟੇ ਛੋਟੇ ਹੁੰਦੇ ਸੀ, ਇੱਕ ਗੀਤ ਸੁਣਦੇ ਹੁੰਦੇ ਸੀ ਰਫੀ ਸਾਹਿਬ ਦਾ ਗਾਇਆ, ਮੈਨੂੰ ਫਿਲਮ ਨਹੀਂ ਪਤਾ ਕਿਹੜੀ ਹੈ, ਹੁਣ ਵੀ ਕਦੇ ਕਦੇ ਰੇਡੀਓ ਤੇ ਵੱਜਦਾ ਹੁੰਦਾ ਹੈ। यहाँ डाल डाल पर सोने की चिड़िया करती है बसेरा, वो भारत देश है मेरा। वो कोई तोपां दी दलाली खा गया ते कोई डंगरां दा चारा खा गया। वो कही जांदा मोरे टिचर दे नाल उस पार्लीमेंट हाउस के अंदर खड़ा है, अरे जिन गाय भैंस का चारा मैंने खाया वो बोलता नहीं, जे आदमी खा मखा शोर मचा रहे हैं, ये साडी बदकिस्मती है। ते ख्याल करियो अंजामे गुलिस्तां क्या होगा, हर शाख पे उल्लू बैठा है। कहते जिथे एक उल्लू बोले 12 को दी उजाड़ मंगदा है, ते उस भारत दी इस गुलिस्तान के हर शाख के उत्ते उल्लू बैठा, ते ओदा ते फिर रब ही राखा। आओ इस ख्याल नूं जिवें कमी ने कलमंद कीता है, इस भारत की हालत नूं ताके। आओ तकना जरा उस ख्याल नूं। दासता ढाडी जथा ढाडी सूरजपाल सिंह आलम, ढाडी जगदीप सिंह दोदा ते सरंगी ते जसविंदर सिंह मक्खन जलालाबादी दे नाल तबले ते जसवंत सिंह पंथी उस भारत की हालत बारे जो चंद गल्लां इस गीत च अपना साझियां जरा इउं कर रहे वे।
ਜਿਸ ਸਾਜ਼ ਦੇ ਸੁਰਾਂ ਵਿੱਚ ਮਿਠਾਸ ਨਹੀਂ ਹੋ, ਜਿਸ ਸਾਜ਼ ਦੇ ਸੁਰਾਂ ਵਿੱਚ ਮਿਠਾਸ ਨਹੀਂ ਹੋ, ਲੱਖ ਲਾਹਨਤਾਂ ਐਸੇ ਸਾਜ਼ ਦੇ ਤਾਈ। ਜਿਹੜੀ ਨਹੀਂ ਸਰੋਤੇ ਨੂੰ ਕੀਲ ਸਕਦੀ, ਲੱਖ ਲਾਹਨਤਾਂ ਐਸੀ ਆਵਾਜ਼ ਦੇ ਤਾਈ। ਝਲਕ ਦਿਸਦੀ ਜਿੱਥੋਂ ਸਵਾਰਥਾਂ ਦੀ, ਲੱਖ ਲਾਹਨਤਾਂ ਐਸੇ ਲਿਹਾਜ਼ ਦੇ ਤਾਈ। ਕਿ ਜਿਹੜੇ ਰਾਜ ਦੇ ਵਿੱਚ ਲੋਕ ਨਾਲ ਰਹਿਣ ਸੁਖੀ, ਲੱਖ ਲਾਹਨਤਾਂ ਐਸੇ ਰਾਜ ਦੇ ਤਾਈ। ਇਹ ਗੁਰੂ ਸਵਾਰੇ ਖਾਲਸਾ ਜੀ, ਜਦੋਂ ਇਹ ਤਰੀਕ ਲਿਖੀ ਜਾਊਗੀ ਜਾਂ ਲਿਖੀ ਗਈ ਨਾ, ਬੁਰਿਆਂ ਨੂੰ ਲਾਹਨਤਾਂ ਪੈਣੀਆਂ, ਭਾਵੇਂ ਉਹਨਾਂ ਦਾ ਬਾਣਾ ਕੋਈ ਵੀ ਪਾਇਆ ਹੋਵੇ ਤੇ ਕਿਸੇ ਪਾਰਟੀ ਨਾਲ ਵੀ ਸੰਬੰਧਿਤ ਹੋਵੇ। ਮੈਂ ਕਿਸੇ ਦਾ ਲਿਹਾਜ਼ ਨਹੀਂ ਕਰਦਾ। ਤੇ 84 ਜਿਵੇਂ ਮੈਂ ਪਹਿਲੋਂ ਬੇਨਤੀ ਕੀਤੀ, ਜਦੋਂ ਦਾ ਮੈਂ ਇਸ ਪੰਜਾਬ 'ਚ ਆਇਆ ਨਾ ਯੂਪੀ ਤੋਂ, ਇਸ ਪੰਜਾਬ ਦੇ ਤਖਤ ਤੇ ਜਿਹੜਾ ਵੀ ਬਹਿੰਦਾ, ਇੱਕ ਦੀ ਗੱਲ ਨਹੀਂ, ਚਾਹੇ ਕਿਸੇ ਪਾਰਟੀ ਦਾ ਹੋਵੇ, ਚਾਹੇ ਬਾਦਲਕਿਆਂ ਦਾ ਹੋਵੇ, ਚਾਹੇ ਟੈਡੀ ਕੈਪਟਨ ਦਾ ਹੋਵੇ, ਚਾਹੇ ਕੋਈ ਹੋਰ ਹੋਵੇ, ਉਹਦੇ ਚੇਲੇ ਚਪਟੇ ਜਿਹੜੇ ਥੱਲੇ ਦੇ, ਗੁੱਸਾ ਨਾ ਕਰਿਓ ਵੀਰੋ, ਪੋਲੀਟੀਕਲ ਪਾਰਟੀ ਨਾਲ ਆਪਾਂ ਸਾਰੇ ਹੀ ਵੱਜੇ ਆ ਕਿਤੇ ਨਾ ਕਿਤੇ, ਪਰ ਮੈਂ ਇੱਕ ਕਾਮਨ ਗੱਲ ਕਰ ਰਿਹਾ ਤੁਹਾਡੇ ਨਾਲ ਸਾਂਝੀ। ਜਿਹੜੇ ਵੀ ਉਹਦੇ ਥੱਲੇ ਚੇਲੇ ਚਪਟੇ ਆ ਨਾ, ਉਹ ਇੱਕੋ ਗੱਲ ਕਹਿੰਦੇ ਆ ਵੀ ਇਹ ਸ਼ੇਰੇ ਪੰਜਾਬ ਹੈ, ਸ਼ੇਰੇ ਪੰਜਾਬ ਦਾ ਰਾਜ ਹੈ। ਤੇ ਮੈਂ ਇੱਕ ਵਾਰ ਸੋਚਣ ਲੱਗ ਗਿਆ ਇਸ ਗੱਲ ਨੂੰ ਕਿ ਵਾਕਈ ਸ਼ੇਰੇ ਪੰਜਾਬ ਦਾ ਰਾਜ ਹੈ, ਕਿਉਂਕਿ ਛੋਟੇ ਜਿਹੇ ਚੌਥੇ 'ਚ ਹੁੰਦੇ ਇੱਕ ਕਵਿਤਾ ਪੜ੍ਹੀ ਸੀ ਜਦੋਂ ਉਹਦੇ ਰਾਜ 'ਚ ਕਾਲ ਪਿਆ ਸੀ, ਕਿ ਜਦੋਂ ਇੱਕ ਧੋਬੀ ਦੇ ਦਾਣਿਆਂ ਦੀ ਉਹ ਪੰਡ ਛੱਡ ਕੇ ਆਉਂਦਾ ਸ਼ੇਰੇ ਪੰਜਾਬ। ਮਤਲਬ ਹੁਣ ਕਵਿਤਾ ਜੇਲ੍ਹ ਵਿੱਚ ਸੀ, ਬਚਪਨ 'ਚ ਚੌਥੀ 'ਚ ਪੜ੍ਹੀ ਸੀ। ਤੇ ਜਿਹੜੇ ਹੁਣ ਇਹ ਚੇਲੇ ਚਪਾਟਿਆਂ ਦੀਆਂ ਗੱਲਾਂ ਸੁਣੀ ਦੀਆਂ ਵੀ ਇਹ ਸ਼ੇਰੇ ਪੰਜਾਬ ਆ, ਚਾਹੇ ਕੋਈ ਵੀ ਆਉਂਦਾ ਪੰਜਾਬ ਦੇ ਤਖਤ ਤੇ, ਮਨ ਸੋਚੀ ਪੈ ਗਿਆ ਕਿ ਵਾਕਈ ਇਹਨਾਂ 'ਚ ਕੋਈ ਹੈ ਸ਼ੇਰੇ ਪੰਜਾਬ। ਜਿਸ ਵੇਲੇ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਦੀ ਲਿਖਤ ਪੜ੍ਹੀ ਨਾ ਇਸ ਗੱਲ ਬਾਰੇ, ਤੇ ਸੱਚ ਜਾਣਿਓ ਵੀਰਿਓ, ਅੱਖਾਂ 'ਚੋਂ ਹੰਝੂ ਆ ਗਏ। ਕਿਉਂ? ਪਹਿਲੋਂ ਤੱਕ ਮੈਂ ਬੇਨਤੀ ਕਰਦਾ, ਅਸੀਂ ਸ਼ੇਰੇ ਪੰਜਾਬ ਦੀ ਮੌਤ ਲੈ ਕੇ ਚੱਲਦੇ ਹਾਂ। ਲਗਭਗ 40 ਸਾਲ ਉਹਨੇ 38 ਸਾਲ ਰਾਜ ਕੀਤਾ। ਉਹਦਾ ਰਾਜ ਕਿੱਦਾਂ ਦਾ ਸੀ? 1699 ਨੂੰ ਖਾਲਸੇ ਦੀ ਸਥਾਪਨਾ ਹੋਈ ਤੇ 1799 ਨੂੰ ਉਸ ਲਾਹੌਰ ਦੇ ਸ਼ਾਹੀ ਕਿਲੇ ਤੇ ਹੈਦਰੀ ਝੰਡਾ ਲੱਥ ਕੇ ਤੇ ਕੇਸਰੀ ਨਿਸ਼ਾਨ ਝੁਲਿਆ ਸੀ। ਉਹ 100 ਸਾਲ ਦਾ ਸਮਾਂ ਕਿੱਦਾਂ ਦਾ ਸੀ ਖਾਲਸੇ ਦਾ, ਕਦੀ ਗੌਰ ਕਰਿਓ। ਸਮਾਂ ਬਣਿਆ ਖਾਲਸਾ ਕਾਹਨੂੰਆਣੇ ਮਾਝੇ ਦੇ ਇਲਾਕੇ ਵਿੱਚ ਸ਼ੰਭਾ ਵਿੱਚ ਸੀ, ਤੇ ਲਾਹੌਰ ਦੇ ਤਖਤ ਤੇ 26 ਸਾਲ ਰਾਜ ਕਰਨ ਵਾਲਾ ਜ਼ਕਰੀਆ ਖਾਨ ਦਿੱਲੀ ਗਿਆ। ਦਿੱਲੀ ਦੇ ਬਾਦਸ਼ਾਹ ਤੋਂ ਰੋਇਆ ਪਿਟਿਆ ਕਿ ਇਹ ਸਿੰਘ ਪਤਾ ਨਹੀਂ ਕਿੱਥੋਂ ਆ ਜਾਂਦੇ, ਮੈਂ ਹਰ ਹਰਵਾ ਜਰਵਾ ਵਰਤ ਲਿਆ, ਇਹਨਾਂ ਦਾ ਸਿਰਾਂ ਦੇ ਮੁੱਲ ਪਾ ਦਿੱਤੇ, ਸਭ ਕੁਝ ਹੋ ਗਿਆ, ਪਰ ਇਹ ਮੁੱਕੇ ਨਹੀਂ। ਉੱਥੇ ਰਾਏ ਇਹ ਹੋਈ ਵੀ ਇਹਨਾਂ ਸਿੰਘਾਂ ਨੂੰ ਕੋਈ ਇਲਾਕਾ ਦੇ ਦਿਓ, ਇਹਨਾਂ ਨੂੰ ਜ਼ਗੀਰ ਦੇ ਦਿਓ, ਇਹ ਮਾਰ ਧਾੜ ਵੀ ਛੱਡ ਦੇਣਗੇ ਤੇ ਜੰਗਜੂ ਵੀ ਛੱਡ ਦੇਣਗੇ, ਆਪਣੇ ਉਸ ਕੰਮ ਲੱਗਣ। ਭਾਵ ਇਹਨਾਂ ਨੂੰ ਨਵਾਬੀ ਦਿੱਤੀ ਜਾਵੇ, ਨਵਾਬੀ ਦੇ ਦਿਓ, ਕੁਛ ਇਲਾਕਾ ਦੇ ਦਿਓ। ਇਹ ਨਵਾਬੀ ਦੀ ਪੱਗ ਲੈ ਕੇ ਭਾਈ ਸ਼ਵੇਕ ਸਿੰਘ ਜਿਹੜਾ ਉਸ ਵੇਲੇ ਉਸ ਜ਼ਕਰੀਆ ਖਾਨ ਦੇ ਕੋਲ ਲਾਹੌਰ 'ਚ ਨੌਕਰੀ ਕਰਦਾ ਸੀ, ਕਾਹਨੂੰਆਣੇ ਦੇ ਸ਼ੰਭ 'ਚ ਆਇਆ। ਆਣੇ ਨੇ ਪਹਿਲੋਂ ਤਨਖਾਹ ਲਵਾਈ, ਉਹਦੇ ਬਾਅਦ ਆਉਣ ਦਾ ਕਾਰਨ ਦੱਸਿਆ। ਹੁਣ ਜਦੋਂ ਕਾਰਨ ਦੱਸਿਆ ਵੀ ਨਵਾਬੀ ਦੀ ਪੱਗ ਲੈ ਕੇ ਆਇਆ, ਜਿਹੜੇ ਤੇ ਬੰਦੇ ਗਰਮ ਸੀ ਉਹ ਕਹਿੰਦੇ ਅਸੀਂ ਨਹੀਂ ਪੱਗ ਪੁੱਗ ਲੈਣੀ, ਦੌੜ ਜਾ ਲੈ ਜਾ ਇੱਥੋਂ ਨਵਾਬੀ। ਪਰ ਜਿਹੜੇ ਬੰਦੇ ਦੂਰ ਅੰਦੇਸ਼ ਸੀ, ਪੋਲੀਟੀਕਲ ਦਿਮਾਗ ਰੱਖਦੇ ਸੀ, ਉਹ ਕਹਿੰਦੇ ਵੀ ਆਪਾਂ ਇਹ ਕੰਮ ਨਾ ਕਰੀਏ, ਆਪਾਂ ਨਵਾਬੀ ਲੈ ਲਈਏ। ਜਿੰਨੀ ਦੇਰ ਇਹ ਲਾਹੌਰ ਵਾਲੇ ਆਪਣੇ ਨਾਲ ਸਹਿਮਤ ਰਹਿਣਗੇ, ਆਪਾਂ ਆਪਣਾ ਕੰਮ ਕਰੀ ਜਾਵਾਂਗੇ, ਗੁਰਤਾ ਮਾਦੀ ਕੀ ਸੇਵਾ ਸੰਭਾਲ ਕਰੀਏ, ਤੇ ਜਿੱਦਣ ਇਹ ਫੇਰ ਕੋਈ 3-5 ਕਰਨਗੇ ਆਪਾਂ ਫੇਰ ਖੰਡਾ ਖੜਕਾ ਦਾਂਗੇ। ਹੁਣ ਇਸ ਗੱਲ ਤੇ ਗੁਰਮਤਾ ਹੋ ਗਿਆ, ਪਰ ਸਵਾਲ ਇਹ ਬਣ ਗਿਆ ਬਈ ਇਹ ਨਵਾਬੀ ਦੀ ਪੱਗ ਬਣਾਈ ਕਿਹਨੂੰ ਜਾਵੇ। ਤੇ 9 ਤਜਵੀਜ਼ ਹੋਇਆ ਮੁਲਤਾਨ ਜ਼ਿਲ੍ਹੇ ਦੇ ਇਲਾਕੇ 'ਚ ਸਰਦਾਰ ਦਲੀਪ ਸਿੰਘ ਦੇ ਘਰ 4 ਪੁੱਤਰਾਂ ਸਭ ਤੋਂ ਪੈਦਾ ਹੋਇਆ ਛੋਟਾ ਪੁੱਤ ਕਪੂਰ ਸਿੰਘ। ਇਹਦਾ ਵੀ ਕਪੂਰ ਸਿੰਘ ਜਿਹੜਾ ਬੰਦਾ ਸੇਵਾਦਾਰ ਦਿਮਾਗ ਹੈ,
ਮਾਨਸਿਕਤਾ ਉਹਦੀ ਸੇਵਾ ਵਾਲੀ ਹੈ ਤੇ ਆਪਾਂ ਇਹ ਨਵਾਬੀ ਦੀ ਪੱਗ ਉਹਨੂੰ ਬਣਾਈ। ਉਹਦੀ ਟੋਲ ਭਾਲ ਪਈ ਤੇ ਉਹ ਘੋੜਿਆਂ ਦੀ ਲਿੱਦ ਹਟਾਉਣ ਡਿਆ ਜਾ ਕੇ ਘੋੜਿਆਂ ਦੇ ਤਬੇਲੇ 'ਚ। ਉੱਥੋਂ ਲਿਆਂਦਾ ਬੁਲਾ ਕੇ ਉਹਨੂੰ ਦੱਸਿਆ ਬਈ ਤੈਨੂੰ ਨਵਾਬੀ ਦੀ ਪੱਗ ਬਣਾਉਣੀ। ਕਹਿੰਦਾ ਗੱਲ ਸਾ ਜੀ ਮੈਂ ਇਸ ਕਾਬਲ ਹੀ ਨਹੀਂ, ਮੈਂ ਤਾਂ ਸਿੰਘਾਂ ਦੇ ਜੋੜੇ ਝਾੜਨ ਜੋਗਾ, ਇਹ ਨਵਾਬੀ ਨੂੰ ਵੀ ਮੇਰੇ ਵੱਸ ਦਾ ਰੋਗ ਨਹੀਂ, ਮੈਂ ਨਹੀਂ ਜਾਣਦਾ ਨਵਾਬੀ ਕੀ ਹੈ। ਉਹ ਕਹਿੰਦੇ ਵੀ ਤੈਨੂੰ ਇਹ ਪੱਗ ਬੰਨਣੀ ਪਊਗੀ ਨਵਾਬ, ਅਸੀਂ ਤੈਨੂੰ ਥਾਪਿਆ। ਸਿੰਘਾਂ ਦਾ ਫੈਸਲਾ ਤੇ 5 ਸਿੰਘਾਂ ਦਾ ਫੈਸਲਾ ਸੀ। ਉਹਨਾਂ 5 ਦੇ ਵਿੱਚ ਇੱਕ ਸਰਦਾਰ ਭਾਈ ਬੁੱਧ ਸਿੰਘ ਸੀ। ਇਹ ਮੈਂ ਤਾਂ ਭਾਈ ਬੁੱਧ ਸਿੰਘ ਦਾ ਨਾਮ ਬੇਰਵਨ ਦੱਸਿਆ ਤਾਂ ਅੱਗੇ ਗੱਲ ਥੋੜੀ ਫੇਰ ਜ਼ਿਕਰ ਹੋਣਾ ਕਿ ਕੌਣ ਸੀ। ਹੁਣ ਉਹ ਭਾਈ ਬੁੱਧ ਸਿੰਘ ਸਾਰਿਆਂ ਦਾ ਜਥੇਦਾਰ ਸੀ। 5 ਨੇ ਗੁਰਮਤਾ ਕੀਤਾ। ਨਵਾਬ ਕਪੂਰ ਸਿੰਘ ਦੇ ਨਵਾਬੀ ਦੀ ਪੱਗ ਬਣਾਈ ਗਈ, ਪਰ ਉਹਨੇ ਇੱਕ ਬੇਨਤੀ ਕੀਤੀ। ਉਸ ਵੇਲੇ ਨਵਾਬ ਕਪੂਰ ਸਿੰਘ ਨੇ ਕਹਿੰਦਾ ਹੈ ਵੀ ਖਾਲਸਾ ਜੀ ਮੇਰੀ ਇੱਕ ਬੇਨਤੀ ਹੈ, ਨਵਾਬ ਤੁਸੀਂ ਮੈਨੂੰ ਥਾਪ ਦਿੱਤਾ ਖਾਲਸੇ ਨੇ, ਮੈਂ ਮੰਨਦਾ, ਪਰ ਜਿਹੜੀ ਮੇਰੀ ਨਾ ਲੰਗਰ 'ਚ ਭਾਂਡੇ ਮਾਂਜਣ ਦੀ ਸੇਵਾ ਤੇ ਘੋੜਿਆਂ ਦੀ ਲਿੱਦ ਹਟਾਉਣ ਦੀ ਸੇਵਾ, ਇਹ ਨਾ ਮੇਰੇ ਤੋਂ ਖੋਈ ਜਾਵੇ। ਉਹ ਕਹਿੰਦੇ ਭਾਈ ਜੋ ਤੂੰ ਕਰਨਾ ਕਰ, ਜਦੋਂ ਕੋਈ ਗੁਰਮਤਾ ਪਾਉਣਾ ਹੋ ਤੈਨੂੰ ਅਸੀਂ ਬੁਲਾ ਲਿਆ ਕਰਾਂਗੇ, ਬਾਕੀ ਜੋ ਤੂੰ ਕਰਨਾ ਕਰੀ ਜਾ। ਅੱਜ ਤੁਹਾਡੇ ਮਾਫ ਕਰਿਓ, ਗੁੱਸਾ ਨਾ ਕਰਿਓ, SGPC ਦੇ ਮੈਂਬਰ ਥਾਪੇ ਕਿੱਡਾ ਕਦੀ ਭਾਂਡੇ ਮਾਂਜਦੇ ਆ ਕੋਈ ਹੈ? ਮੈਂ ਚੈਲੰਜ ਕਰਦਾ 127 ਹੈ, ਕਿਉਂਕਿ 10 SC ਹੈ ਤੇ 117 ਜਰਨਲ ਹੈ ਸਾਡੇ ਪੰਜਾਬ ਦੇ SGPC ਦੇ ਮੈਂਬਰ। ਕਿੰਨੇ ਕੁ ਭਾਂਡੇ ਮਾਂਜਦੇ ਆ? ਇੱਕ ਕੌੜੀ ਸੱਚਾਈ ਹੈ। ਇਹ ਤਾਂ ਅੱਖਾਂ 'ਚ ਰੋਣਾ ਆ ਵੀ ਕਿੱਥੇ ਉਹ ਸ਼ੇਰੇ ਪੰਜਾਬ ਤੇ ਕਿੱਥੇ ਅੱਜ ਦੇ ਇਹ ਲੋਕ। ਉਹ ਕਾਹਦੀ ਡੈਮੋਕ੍ਰੇਸੀ? ਤੇ ਆਹ ਖਾਲਸਾ ਜੀ ਉਹਦੇ ਬਾਅਦ ਖਾਲਸੇ ਦੀ ਚੜ੍ਹਦੀ ਕਲਾ ਹੋਈ। ਬੈਠ ਕੇ ਖਾਲਸੇ ਨੇ ਫੈਸਲਾ ਕੀਤਾ ਕਿ ਲੰਗਰ ਨੂੰ ਦੇਰੀ ਹੁੰਦੀ ਹੈ, ਹੋਰ ਕੰਮਕਾਰ ਨੂੰ ਦੇਰੀ ਹੁੰਦੀ ਹੈ, ਇਹਦੇ 2 ਜਥੇ ਬਣਾਏ ਜਾਣ। 2 ਜਥੇ ਬਣੇ। 40 ਸਾਲ ਤੋਂ ਉੱਤੇ ਦੇ ਸਿੰਘ ਬੁੱਢਾ ਦਲ ਤੇ 40 ਸਾਲ ਤੋਂ ਉਮਰ ਦੀ ਘੱਟ ਦੇ ਜਿਹੜੇ ਸਿੰਘ ਸੀ ਉਹਨਾਂ ਦਾ ਤਰਨਾ ਦਲ ਬਣਿਆ। ਨੌਜਵਾਨ ਦਲ ਤੇ ਬੁੱਢਾ ਦਲ 2 ਦਲ ਉੱਥੋਂ ਬਣੇ। ਆ ਤਰਨਾ ਦਲ ਤੇ ਬੁੱਢਾ ਦਲ ਨਾ ਪੜ੍ਹਦੇ ਹੋ ਨਾ, ਇਹ ਸਥਾਪਨਾ ਨਵਾਬ ਕਪੂਰ ਸਿੰਘ ਦੇ ਸਮੇਂ 'ਚ ਹੋਈ। ਉਹਦੇ ਬਾਅਦ ਮਿਸਲਾਂ ਬਣੀਆਂ। ਉਸ ਬੁੱਧ ਸਿੰਘ ਦਾ ਪੁੱਤਰ ਸਰਦਾਰ ਨੌਬ ਸਿੰਘ ਤੇ ਸਰਦਾਰ ਚੰਦਾ ਸਿੰਘ, ਚੰਦਾ ਸਿੰਘ ਦੀ ਔਲਾਦ ਸੰਧਾ ਵਾਲੀ ਹੈ ਸਰਦਾਰ ਜਿਹੜੇ ਇਹ, ਤੇ ਨੌਬ ਸਿੰਘ ਇਹਨੇ ਉਸ ਬਾਰ ਦੇ ਅੰਦਰ ਜ਼ਿਲ੍ਹਾ ਗੁਜਰਾਤ ਦੇ ਲਾਗੇ ਪਿੰਡ ਕੋਈ ਥੇ ਸੀ ਜਿਹਦਾ ਨਾਮ ਸੀ ਸ਼ੁਕਰ ਚੱਕ। ਉਹ ਥੇ ਖਰੀਦਿਆ, ਉੱਥੇ ਕੱਚੀ ਗੜੀ ਹਵੇਲੀ ਬਣਾਈ ਤੇ ਉੱਥੋਂ ਸ਼ੁਕਰ ਚੱਕੀਆਂ ਮਿਸਲ ਦੀ ਨੀਂਹ ਰੱਖੀ ਗਈ। ਸ਼ੁਕਰ ਚੱਕੀਆਂ ਮਿਸਲ ਸ਼ੁਰੂ ਹੋਈ। ਇਸ ਨੌਬ ਸਿੰਘ ਦਾ ਪੁੱਤਰ ਸਰਦਾਰ ਚੜਤ ਸਿੰਘ ਤੇ ਚੜਤ ਸਿੰਘ ਦਾ ਪੁੱਤਰ ਸਰਦਾਰ ਮਹਾ ਸਿੰਘ ਤੇ ਮਹਾ ਸਿੰਘ ਦੀ ਸਰਦਾਰਨੀ ਰਾਜਗੁਰ ਦੇ ਕੁੱਖੋਂ ਉਹਦੇ ਘਰ ਪੈਦਾ ਹੋਇਆ ਸ਼ੇਰੇ ਪੰਜਾਬ ਰਣਜੀਤ ਸਿੰਘ। ਉਹ ਰਣਜੀਤ ਸਿੰਘ ਬਚਪਨ 'ਚ ਬਾਪ ਦਾ ਸਾਇਆ ਸਿਰ ਤੋਂ ਉੱਠਿਆ, ਪਰ ਇਹਨੇ ਹੌਸਲਾ ਨਹੀਂ ਹਾਰਿਆ। ਮਹਾਰਾਜ ਕੌਰ ਦੀ ਰਹਿਨਮਾਈ ਹੇਠ ਇਹਨੇ ਉਹ ਮੱਲਾਂ ਮਾਰੀਆਂ ਕਿ ਐਸ ਸਤਲੁਜ ਦਰਿਆ ਤੋਂ ਚੱਲ ਕੇ ਗੁਰੂ ਖਾਲਸਾ ਜੀ ਉਸ ਤਰ੍ਹਾਂ ਖੈਬਰ ਤੱਕ ਕੇਸਰੀ ਨਿਸ਼ਾਨ ਝੁੱਲੇ, ਜਿਹਦੇ ਜਰਨੈਲ ਹਰੀ ਸਿੰਘ ਨਲੂਏ ਵਰਗੇ ਲੋਕ, ਜਿਹਦੀਆਂ ਫੌਜਾਂ ਦੇ ਜਰਨੈਲ ਬੈਂਤੂਰਾ ਵਰਗੇ ਅੰਗਰੇਜ਼ ਹੁਣ ਖੌਰ ਕਰਿਓ। ਅੱਜ ਜਿਹੜੇ ਅੱਜ ਕਹਿੰਦੇ ਨਾ ਇਹ ਸ਼ੇਰੇ ਪੰਜਾਬ ਦਾ ਰਾਜ ਹੈ, ਉਹ ਸਾਡੇ ਬੱਚੇ ਕਦੀ ਸਾਡਾ ਇੱਕ ਸਮਾਂ ਸੀ ਤਕਰੀਬਨ 80 ਤੋਂ ਪਿੱਛੇ ਚੱਲੋ 1980 ਤੋਂ ਪਿੱਛੇ ਕਿ ਸਾਡੇ ਪੰਜਾਬ ਦਾ ਵੀ ਖਾਸ ਤੌਰ ਜੱਟ ਬਰਾਦਰੀ ਚੋਂ IPS PCS ਇੰਨੇ ਅਫਸਰ ਸੀ ਕਿ ਦੂਜੀਆਂ ਸਟੇਟਾਂ ਦੇ ਵਿੱਚ ਜਾ ਕੇ ਵੀ ਤਾਇਨਾਤ ਸੀ। ਪੰਜਾਬ ਦੀ ਤੇ ਗੱਲ ਹੀ ਛੱਡੋ। ਤੇ ਅੱਜ ਉਹ ਸਾਡੀ ਹਾਲਤ ਇਹ ਹੋ ਗਈ ਹੈ। ਉਹ ਕਿਸਾਨ ਵੀਰੋ, ਬੱਚੇ ਨੇ +2 ਕਰ ਲਈ, ਬੱਚੀ ਨੇ +2 ਕਰ ਲਈ ਹੈ, ਇਹਨੂੰ ਕਰਾਓ ਆਈਲਟ ਤੇ ਚਾੜ ਦਿਓ ਬਾਹਰ ਨੂੰ। ਉਹ ਬੈਂਤੂਰੇ ਵਰਗੇ ਸਾਡੇ ਉਸ ਖਾਲਸਾ ਰਾਜ ਦੇ ਸੰਸਥਾਪਕ ਸ਼ੇਰੇ ਪੰਜਾਬ ਦੇ ਨੌਕਰ ਸੀ ਤੇ ਅੱਜ ਸਾਡੇ ਬੱਚੇ ਜਾ ਕੇ ਉਹਨਾਂ ਦੀ ਨੌਕਰੀ ਕਰਦੇ। ਕਿਉਂ ਕਰਦੇ? ਉਹਨੂੰ ਗੌਰ ਕਰਿਓ। ਸ਼ੇਰੇ ਪੰਜਾਬ ਦੇ ਸਮੇਂ ਦੀ ਕਰੰਸੀ ਜੋ ਮੋਹਰ ਸੀ, ਉਸ ਵੇਲੇ ਦਾ ਇੰਗਲੈਂਡ ਦੇ 2 ਪਾਉਂਡ ਜਿਹੜੇ ਸੀ 1 ਮੋਹਰ ਦੇ ਬਰਾਬਰ ਸੀ, ਤੇ ਅੱਜ ਉਹਨਾਂ ਦਾ ਪਾਉਂਡ ਕਿੱਥੇ ਤੇ ਸਾਡਾ ਰੁਪਈਆ ਕਿੱਥੇ ਹੈ? ਮੈਂ ਕੋਈ ਲੀਡਰ ਨਹੀਂ, ਮੈਂ ਵੋਟਾਂ ਨਹੀਂ ਲੈਣੀਆਂ, ਮੈਂ ਤੁਹਾਡੇ ਵਰਗਾ ਸਿੱਧਾ ਜ਼ਿਮੀਂਦਾਰ ਦੇ ਘਰ ਜੰਮਿਆ ਇੱਕ ਬੱਚਾ ਅਨਪੜ੍ਹ ਜਿਹਾ, ਮੈਨੂੰ ਕੋਈ ਬਹੁਤੀ ਬਲ ਫਰੇਬ ਦੀ ਗੱਲ ਨਹੀਂ ਆਉਂਦੀ। ਤੇ ਇਹ ਖਾਲਸਾ ਜੀ ਉਹ ਸ਼ੇਰੇ ਪੰਜਾਬ, ਉਹਦਾ ਇਤਿਹਾਸ ਪੜ੍ਹਦੇ ਆ ਜਿਹਦੇ ਰਾਜ 'ਚ ਮੁਸਲਮਾਨ ਨੂੰ ਵੀ ਉਹੀ ਸਤਿਕਾਰ ਸੀ, ਇੱਕ ਸਿੱਖ ਨੂੰ ਵੀ ਉਹੀ ਸਤਿਕਾਰ ਸੀ, ਇੱਕ ਗਰੀਬ ਨੂੰ ਉਹੀ ਸਤਿਕਾਰ ਸੀ। ਅੱਜ ਵੀ ਜਿਹਨੇ ਉਹਦਾ ਇਤਿਹਾਸ ਪੜ੍ਹਿਆ ਹੈ, ਜਿਨ੍ਹਾਂ ਲੋਕਾਂ ਨੇ ਉਹਨੂੰ ਵਾਚਿਆ,
ਉਹ ਜਦੋਂ ਇਹਨਾਂ ਫੁਕਰਿਆਂ ਦੀਆਂ ਗੱਲਾਂ ਸੁਣੀਦੀਆਂ ਨਾ ਵੀ ਇਹ ਸ਼ੇਰੇ ਪੰਜਾਬ ਹੈ, ਚੰਡੀਗੜ੍ਹ ਦੇ ਕੁਰਸੀ ਤੇ ਬੈਠਾ, ਤੇ ਸੱਚ ਜਾਣੇ ਰੋਣਾ ਆਉਂਦਾ। ਤੇ ਉਹ ਅੱਜ ਵੀ ਸ਼ੇਰੇ ਪੰਜਾਬ ਨੂੰ ਕਿਵੇਂ ਯਾਦ ਕਰਦਾ ਹੈ, ਆਓ ਸੁਣਨਾ ਜੋ ਕਵੀ ਨੇ ਕਲਮ ਦਿੱਤਾ ਉਸ ਖਿਆਲ ਨੂੰ। ਆਲਮ ਦਾ ਟਾਡੀ ਜਥਾ ਝੋਕ ਛੰਦ ਦੇ ਵਿੱਚ ਉਹ ਸ਼ੇਰੇ ਪੰਜਾਬ ਦੀ ਗੱਲ ਨੂੰ ਐਉਂ ਬੇਨਤੀ। ਬਚਨਾ ਦਾ ਪੂਰਾ ਸੀ ਜੋ ਰਾਜਾ ਰਣਜੀਤ ਜੀ, ਸਾਰੇ ਗੀਤ ਧਰਮਾਂ ਦੇ ਨਾਲ ਕੀਤੀ ਜਿਸ ਪ੍ਰੀਤ ਸੀ, ਸਾਰੇ ਗੀਤ ਧਰਮਾਂ ਦੇ ਨਾਲ ਕੀਤੀ ਜਿਸ ਪ੍ਰੀਤ ਸੀ। ਅਣਖੀ ਤੇ ਸੂਰਾ ਡਾਡਾ, ਅਣਖੀ ਤੇ ਸੂਰਾ ਡਾਡਾ, ਜੋਦਾ ਮਹਾਨ ਜੀ ਸ਼ੇਰੇ ਪੰਜਾਬ ਨੂੰ ਚੇਤੇ ਕਰਦਾ ਜਹਾਨ ਜੀ, ਸ਼ੇਰੇ ਪੰਜਾਬ ਨੂੰ ਚੇਤੇ। ਨਲਵੇ ਜੈ ਸ਼ੇਰ ਜੋ ਹਿੰਦੂ ਸਿੱਖ ਮੁਸਲਮ ਸਾਰੇ ਅਣਖੀ ਜ਼ਲੇਰ ਜੋ, ਹਿੰਦੂ ਸਿੱਖ ਮੁਸਲਮ ਸਾਰੇ ਅਣਖੀ ਜ਼ਲੇਰ ਜੋ, ਹਿੰਦੂ ਸਿੱਖ ਮੁਸਲਮ ਸਾਰੇ। ਕੰਬਦੇ ਸੀ ਨਾਮ ਜਿੰਨਾ ਸੁਣ, ਕੰਬਦੇ ਸੀ ਨਾਮ ਜਿਦਾ ਸੁਣ, ਸੁਣ ਕੇ ਪਠਾਨ ਜੀ ਸ਼ੇਰੇ ਪੰਜਾਬ ਨੂੰ ਚੇਤੇ ਕਰਦਾ ਜਹਾਨ ਜੀ, ਸ਼ੇਰੇ ਪੰਜਾਬ ਨੂੰ ਚੇਤੇ।
ਤਕਦੀਰ ਸੀ ਸੋਹਣੇ ਪੰਜਾਬ ਦੀ ਬਣਿਆ ਲੋਕੋ ਤਕਦੀਰ ਸੀ ਮੇਰੇ ਪੰਜਾਬ ਦੀ ਬਣਿਆ ਆਪਣੇ ਪੰਜਾਬ ਲਈ ਲੋਚੇ ਆਪਣੇ ਪੰਜਾਬ ਲਈ ਲੋਚੇ ਆਪਣੇ ਪੰਜਾਬ ਦੀ ਲੋਚੇ ਹੋਣ ਕੁਰਬਾਨ ਜੀ ਸ਼ੇਰੇ ਪੰਜਾਬ ਨੂੰ ਚੇਤੇ ਕਰਦਾ ਜਹਾਨ ਜੀ ਸ਼ੇਰੇ ਪੰਜਾਬ ਨੂੰ ਚੇਤੇ ਕਰਦਾ ਜਹਾਨ ਜੀ ਸ਼ੇਰੇ ਪੰਜਾਬ ਨੂੰ ਚੇਤੇ ਸਿਆਣੇ ਕਹਿੰਦੇ ਹੱਸਦਿਆਂ ਦੇ ਘਰ ਵਸਦੇ, ਤੇ ਉਸ ਸ਼ੇਰੇ ਪੰਜਾਬ ਨੇ ਪੰਜਾਬੀਆਂ ਦੇ ਜਿਸਮਾਂ ਤੇ ਨਹੀਂ ਰੂਹਾਂ ਤੇ ਆਤਮਾ ਦੇ ਦਿਲਾਂ ਦੇ ਉੱਤੇ ਰਾਜ ਕੀਤਾ, ਦਿਲਾਂ ਦੇ ਉੱਤੇ ਰਾਜ। ਬਹੁਤ ਚੰਦ ਬਾਦਸ਼ਾਹ ਦੇ ਇਤਿਹਾਸ ਪੜ੍ਹੀਏ ਤੇ ਇਹੋ ਜਿਹੇ ਲੋਕ ਸਾਹਮਣੇ ਆਉਂਦੇ ਜਿਨ੍ਹਾਂ ਨੇ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਹੈ। ਉਹ ਕਿਵੇਂ ਦਾ ਉਹਦਾ ਰਾਜ ਸੀ, ਕਿਵੇਂ ਦਾ ਉਹ ਗਰੀਬਾਂ ਦੇ ਨੇੜੇ ਸੀ, ਪਬਲਿਕ ਦੇ ਖਲਕ ਦੇ ਨੇੜੇ ਸੀ, ਉਹਦਾ ਜ਼ਿਕਰ ਆਉਂਦਾ ਹੈ ਵੀ ਇੱਕ ਦਿਨ ਮਰਾਸੀਓ ਦੇ ਰਾਜ 'ਚ ਬੜੀ ਉਹਨਾਂ ਨੂੰ ਤਬੀਹ ਸੀ ਮੀਰ ਆਲਮਾਂ ਨੂੰ। ਕੁਝ ਦਿਨ ਮਰਾਸੀਓ ਦੇ ਰਾਜ 'ਚ ਉਹਦੇ ਰਾਜ ਸਭਾ 'ਚ ਨਹੀਂ ਆਇਆ, ਉਹਦੇ ਉੱਥੇ ਦਰਬਾਰ 'ਚ ਨਹੀਂ ਆਇਆ। 15-20 ਦਿਨ ਦੇ ਬਾਅਦ ਜਿਸ ਵੇਲੇ ਉਹ ਮੀਰ ਆਲਮ ਆਇਆ ਨਾ ਦਰਬਾਰ 'ਚ, ਤੇ ਹੁਣ ਸ਼ੇਰੇ ਪੰਜਾਬ ਆਪਣੀ ਗੱਲ 'ਚ ਮੰਤਰੀਆਂ ਦੇ ਨਾਲ ਮਸਰੂਫ ਸੀ ਤੇ ਜਥੇਦਾਰ ਅਕਾਲੀ ਫੂਲਾ ਸਿੰਘ ਵੀ ਉੱਥੇ ਬੈਠੇ ਸੀ, ਤੇ ਸ਼ੇਰੇ ਪੰਜਾਬ ਨੂੰ ਝੁੱਕ ਕੇ ਅਦੋ ਕਿਤਾਬ 'ਚ ਕਹਿੰਦਾ ਇੱਕੋ ਅੱਖ ਸਲਕਣੀ ਜੇ ਲੱਖਾਂ ਤਾਰੇ ਤੈਨੂੰ ਝੁੱਕ ਝੁੱਕ ਕਰਨ ਸਲਾਮਾਂ ਦੋ ਅੱਖਾਂ ਵਾਲੇ, ਤੇ ਉਹਦੇ ਵੱਲ ਨੂੰ ਤੱਕਿਆ ਵੀ ਕਿੱਦਾਂ ਠੀਕ ਹੈ। ਜਥੇਦਾਰ ਅਕਾਲੀ ਫੂਲਾ ਸਿੰਘ ਜੀ ਨੇ ਸਿਰ ਮਾਰਿਆ ਵੀ ਨਹੀਂ, ਕਿਉਂਕਿ ਇਹਦੀ ਵਜ੍ਹਾ ਕੀ ਸੀ ਕਿ ਕੁਝ ਦਿਨ ਪਹਿਲਾਂ ਸ਼ੇਰੇ ਪੰਜਾਬ ਦੀ ਬਾਬਤ ਗੱਲ ਹੋਈ ਜਥੇਦਾਰ ਦੀ ਤੇ ਇਸ ਮਰਾਸੀ ਦੀ। ਉਹ ਕਹਿੰਦਾ ਤੂੰ ਬਹੁਤ ਗੱਲਾਂ ਕਰਦਾ, ਕਿਤੇ ਸ਼ੇਰੇ ਪੰਜਾਬ ਨੂੰ ਕਾਣਾ ਕਹਿ ਕੇ ਦਿਖਾ ਫੇ ਮੈਨੂੰ। ਕਹਿੰਦਾ ਇਹ ਕਿਹੜੀ ਗੱਲ ਆ, ਮੈਂ ਕਹਿ ਦਊਂ। ਕਹਿੰਦਾ ਜੇ ਤੂੰ ਇੱਕ ਵਾਰੀ ਉਹਨੂੰ ਕਾਣਾ ਕਹਿ ਦੇ ਨਾ ਸਿੱਧੇ ਲਫ਼ਜ਼ਾਂ ਤੇ ਤੈਨੂੰ ਇੱਕ ਮੋਹਰ ਇਨਾਮ ਦਊਂ। ਸ਼ਰਤ ਲੱਗ ਗਈ। ਹੁਣ 15-20 ਦਿਨ ਆਇਆ ਨਹੀਂ ਸੀ, 20 ਕਿ ਦਿਨ ਨਹੀਂ ਆਇਆ ਤੇ ਆਉਂਦਾ ਕਹਿੰਦਾ ਇੱਕੋ ਅੱਖ ਸਲੱਖਣੀ ਜਨ ਲੱਖਾਂ ਤਾਰੇ ਤੈਨੂੰ ਝੁੱਕ ਝੁੱਕ ਕਰਨ ਸਲਾਮਾਂ ਦੋ ਅੱਖਾਂ ਵਾਲੇ। ਤੇ ਹੁਣ ਜਥੇਦਾਰ ਨੇ ਸਿਰ ਮਾਰਿਆ ਵੀ ਇਦਾਂ ਨਹੀਂ, ਸਿੱਧਾ ਕਹਿਣਾ ਠੇਠ। ਮਰਾਸੀ ਮੀਰ ਆਲਮ ਜਾ ਕੇ ਬਾਹਰ ਬਹਿ ਗਿਆ ਦਰਬਾਰ 'ਚੋਂ। ਹੁਣ ਸ਼ੇਰੇ ਪੰਜਾਬ ਆਪਣੀ ਜਦੋਂ ਗੱਲਬਾਤ ਤੋਂ ਆਪਣੀ ਉਸ ਵਿਚਾਰ ਕਰਦੇ ਤੋਂ ਜਰਾ ਰੁਖਸਤ ਹੋਈ ਤੇ ਕੋਲ ਖੜੇ ਸੇਵਾਦਾਰ ਸਿਪਾਹੀ ਨੂੰ ਕਹਿੰਦਾ ਵੀ ਉਹ ਆਪਣਾ ਮੀਰ ਆਲਮ ਆਇਆ ਸੀ, ਕਿੱਥੇ ਹੈ? ਕਹਿੰਦਾ ਜੀ ਉਹ ਬਾਹਰ ਬੈਠਾ। ਕਹਿੰਦਾ ਲਿਆ ਉਹਨੂੰ ਬੁਲਾ ਕੇ। ਹੁਣ ਬੁਲਾ ਕੇ ਲਿਆਂਦਾ, ਉਹਨੂੰ ਫੇਰ ਝੁੱਕ ਕੇ ਸਲਾਮ ਕੀਤੀ ਪਰ ਬੋਲਿਆ ਕੁਝ ਨਹੀਂ। ਤੇ ਸ਼ੇਰੇ ਪੰਜਾਬ ਕਹਿੰਦਾ ਕਿਉਂ ਬਈ ਮੀਰ ਆਲਮ ਬੜੇ ਦਿਨ ਹੋ ਗਿਆ ਤੂੰ ਆਇਆ ਨਹੀਂ ਦਰਬਾਰ 'ਚ, ਕਿੱਥੇ ਸੀ? ਉਹ ਕਹਿੰਦਾ ਮਹਾਰਾਜ ਸਿੰਘ ਸਾਹਿਬ ਸਾਡੀ ਗਰੀਬਾਂ ਦੀ ਕਾਹਦੀ ਜ਼ਿੰਦਗੀ, ਸਾਡੀ ਗੁਲਾਮੀ ਦੀ ਜ਼ਿੰਦਗੀ, ਸਾਡਾ ਹਾਲ ਕੋਈ ਨਹੀਂ। ਕੀ ਹੋਇਆ? ਉਹ ਕਹਿੰਦਾ ਮਹਾਰਾਜ ਤੁਹਾਡੇ ਕੋਲ ਤੁਰਿਆ ਆਉਂਦਾ ਸੀ, ਮੋਹਰੇ ਮੈਨੂੰ ਰਾਣੀ ਮਹਾਰਾਣੀ ਮਿਲ ਗਈ। ਉਹ ਕਹਿੰਦੀ ਮਰਾਸੀਆ ਮੇਰੇ ਮਾਪਿਆਂ ਦੇ ਜਾ ਕੇ ਸੁਨੇਹਾ ਦੇ ਕੇ ਆ। ਕਹਿੰਦਾ ਮੈਂ ਕਿਹਾ ਮਹਾਰਾਣੀ ਜੀ ਮੈਨੂੰ ਮਹਾਰਾਜੇ ਨੂੰ ਦੱਸ ਲੈਣ ਦਿਓ। ਕਹਿੰਦੀ ਜੀ ਉਹ ਮਹਾਰਾਜਾ ਤਾਂ ਮੈਂ ਮਹਾਰਾਣੀ ਹੈ, ਤੂੰ ਜਾਣਾ ਕਿ ਤੈਨੂੰ ਮੈਂ ਤੋਰਾਂ? ਕਹਿੰਦਾ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀ ਪਰ ਹੁਣ ਰਾਣੀ ਦਾ ਹੁਕਮ ਸੀ, ਮੈਨੂੰ ਮੰਨਣਾ ਪਿਆ ਜੀ, ਬਿਨਾਂ ਦੱਸਿਓ ਚਲੇ ਗਿਆ। ਸੁਣਾ ਫਿਰ ਉੱਥੇ ਸਾਰਾ ਠੀਕ ਠਾਕ ਹੈ, ਰਾਜੀ ਖੁਸ਼ੀ ਆ, ਭੈਣ ਪਰਿਵਾਰ ਠੀਕ ਸੀ? ਮਹਾਰਾਜ ਕੀ ਪੁੱਛਦੇ ਆ, ਉੱਥੇ ਲਹਿਰਾਂ ਬਹਿਰਾਂ ਜੀ। ਤੁਹਾਡੀ ਸੱਸ ਦੇ ਤੇ ਦਰਸ਼ਨ ਕਰ ਲਈਏ ਮਹਾਰਾਜ ਬੰਦਾ ਨਿਹਾਲ ਹੋ ਜਾਂਦਾ ਜੀ, ਇਹੋ ਜਿਹੀ ਭਾਗਾਂ ਵਾਲੀ ਉਹ ਔਰਤ ਹੈ, ਬੀਬੀ ਹੈ। ਹੋਰ ਸੁਣਾ ਕਿੱਦਾਂ ਠੀਕ ਠਾਕ ਹੈ? ਕਹਿੰਦਾ ਜੀ ਸਾਰਾ ਠੀਕ ਠਾਕ ਆ, ਪਰ ਜਿਹੜੀ ਤੁਹਾਡੀ ਛੋਟੀ ਸਾਲੀ ਹੈ ਨਾ ਉਹ ਬੜੀ ਮੂੰਹ ਜ਼ੋਰ ਹੈ। ਤੇ ਸਾਲੀਆਂ ਤੇ ਹੁਣ ਸੱਪਾਂ ਨੂੰ ਵੀ ਪਿਆਰੀਆਂ ਆਉਂਦੀਆਂ, ਜਦੋਂ ਸ਼ੇਰੇ ਪੰਜਾਬ ਦੇ ਸਾਹਮਣੇ ਛੋਟੀ ਸਾਲੀ ਦਾ ਨਾਂ ਹੈ। ਕਹਿੰਦਾ ਉਹਨੂੰ ਕੀ ਹੋਇਆ? ਕਹਿੰਦਾ ਜੀ ਹੋਣਾ ਕੀ ਹੈ, ਮੈਂ ਬੈਠਾ ਤੁਹਾਡੀ ਸੱਸ ਆਈ ਜਲ ਪਾਣੀ ਛਕਾ ਕੇ ਮਗਰ ਆ ਗਈ ਤੁਹਾਡੀ ਸਾਲੀ। ਉਹ ਕਹਿੰਦੀ ਸੁਣਾ ਮੀਰ ਆਲਮਾ ਕੀ ਹਾਲ ਆ? ਕਹਿੰਦਾ ਮੈਂ ਕਿਹਾ ਬੀਬਾ ਠੀਕ ਆ, ਹੋਰ ਸਭ ਰਾਜੀ ਖੁਸ਼ੀ? ਮੈਂ ਕਿਹਾ ਬੀਬਾ ਠੀਕ ਠਾਕ ਹੈ, ਸਾਡੀ ਭੈਣ ਠੀਕ ਆ? ਮੈਂ ਕਿਹਾ ਸਭ ਠੀਕ ਆ। ਕਹਿੰਦੀ ਸੁਣਾ ਫਿਰ ਸਾਡੇ ਜੀਜੇ ਕਾਣੇ ਦਾ ਕੀ ਹਾਲ ਹੈ? ਠੋਕ ਕੇ ਕਹਿੰਦੀ ਮੈਨੂੰ ਸਾਲੀ ਤੇਰੀ ਕਹਿੰਦੀ ਸੁਣਾ ਮੇਰੇ ਕਾਣੇ ਜੀਜੇ ਦਾ ਕੀ ਹਾਲ ਹੈ? ਤੇ ਉਹਦੇ ਵੱਲ ਨੂੰ ਇੱਕ ਉਂਗਲ ਐ ਕਰ ਦਿੱਤੀ, ਵਿਆ ਕਹਿ ਦਿੱਤਾ। ਤੇ ਨਾਲ ਹੀ ਕਹਿੰਦਾ ਮੈਂ ਕਿਹਾ ਉਹ ਕੁੜੀਏ ਮੂੰਹ ਸੰਭਾਲ ਕੇ ਗੱਲ ਕਰ, ਉਹ ਸਾਡਾ ਬਾਦਸ਼ਾਹ ਮਹਾਰਾਜਾ ਤੂੰ ਕਾਣਾ ਕਹਿੰਦੀ ਹੈ? ਤੇ ਅਕਾਲੀ ਜੀ ਵੱਲ ਨੂੰ ਦੋ ਉਂਗਲਾਂ ਖੜੀਆਂ ਕਰ ਦਿੱਤੀਆਂ। ਕਹਿੰਦਾ ਮੈਨੂੰ ਮੋਰੇ ਉਹ ਕਹਿੰਦੀ
ਲਈ ਫਿਰਦਾ ਰਾਜਾ। ਉਹ ਹੋਊਗਾ ਰਾਜਾ ਤੇਰਾ ਉਹ ਮੇਰਾ ਜੀਜਾ, ਮੈਂ ਤੈਨੂੰ ਕਾਣਾ ਕਹਿਣਾ। ਕਹਿੰਦਾ ਉਹ ਫੇਰ ਮੈਨੂੰ ਇੱਦਾਂ ਕਿਹਾ। ਮੈਂ ਉਹਨੂੰ ਫੇਰ ਕਿਹਾ ਮੁੜੀਏ ਕੁੜੀਏ ਮੂੰਹ ਸੰਭਾਲ ਕੇ ਗੱਲ ਕਰ, ਤੂੰ ਕਾਣਾ ਕਾਣਾ ਲਾਈ ਹੈ। ਕਹਿੰਦੀ ਤੇਰਾ ਹੋਊ ਰਾਜਾ ਮਹਾਰਾਜਾ, ਮੇਰਾ ਉਹ ਜੀਜਾ। ਮੈਂ ਇੱਕ ਵਾਰ ਨਹੀਂ, ਮੈਂ 100 ਵਾਰੀ ਕਹੂੰਗੀ ਕਾਣਾ ਕਾਣਾ ਕਾਣਾ। ਜਦੋਂ 20 ਵਾਰੀ ਕਹਿਤਾ ਤੇ ਉੱਠ ਕੇ ਸ਼ੇਰੇ ਪੰਜਾਬ ਕਹਿੰਦਾ ਓਏ ਇਹਨੂੰ ਚੁੱਪ ਕਰਾ ਦੇ। ਕਹਿੰਦਾ ਕੀ ਹੋਇਆ ਜਥੇਦਾਰ ਜੀ? ਕਹਿੰਦਾ ਜੀ ਹੋਣਾ ਕਿ ਮੇਰੀ ਤੇ ਇਹਦੀ ਸ਼ਰਤ ਲੱਗੀ ਹੈ ਵੀ ਇੱਕ ਵਾਰੀ ਕਾਣਾ ਕਹਿਣ ਤੈਨੂੰ ਇੱਕ ਮੋਹਰ ਮੈਂ ਹਾਰਨੀ ਹੈ। ਤੇ ਸ਼ੇਰੇ ਪੰਜਾਬ ਹੱਸਿਆ ਖੁਸ਼ ਹੋਇਆ, ਕੋਲ ਖੜੇ ਖਜ਼ਾਨਾ ਮੰਤਰੀ ਨੂੰ ਕਹਿੰਦਾ ਵੀ ਇਹਨੂੰ ਮੋਹਰਾਂ ਦਾ ਭਰ ਕੇ ਦੇ ਦਿਓ ਜੋ ਵੀ ਇਹ ਕਹਿੰਦਾ ਜਾ ਕਹਿੰਦਾ ਦਾ ਕਲਿਆਣ ਹੋ। ਮਤਲਬ ਇਹੋ ਜਿਹਾ ਗਰੀਬਾਂ ਦੇ ਨੇੜੇ ਸੀ। ਤੇ ਹੁਣ ਆ ਜਾਓ ਧਾਰਮਿਕ ਪੱਖ ਵੱਲ। ਕੱਲਾ ਉਹ ਗਰੀਬਾਂ ਦੇ ਨੇੜੇ ਨਹੀਂ ਸੀ ਜਾਂ ਗੁਰੂ ਘਰ ਦੀਆਂ ਗੋਲਕਾਂ ਚਕਾ ਕੇ ਆਪ ਨਹੀਂ ਸੀ ਗਣਦਾ। ਸ਼ਾਇਦ ਹੁਣ ਕਿਸੇ ਵੀਰ ਨੂੰ ਗੁੱਸਾ ਲੱਗੇ ਜੋ ਮੈਂ ਕਹਿ ਰਿਹਾ। ਨਨਕਾਣਾ ਸਾਹਿਬ ਜਾਣਾ ਹੋਇਆ ਸ਼ੇਰੇ ਪੰਜਾਬ ਦਾ, ਸ਼ਾਮ ਦਾ ਸਮਾਂ ਸੀ, ਕੋਈ ਦੀਵਾ ਬੱਤੀ ਨਹੀਂ, ਕੋਈ ਲੋ ਨਹੀਂ, ਹਨੇਰ ਧੁੱਪ। ਉਥੋਂ ਦੇ ਪੰਡਤ ਨੂੰ ਪੁਜਾਰੀ ਨੂੰ ਬੁਲਾਇਆ ਨਨਕਾਣਾ ਸਾਹਿਬ ਦੇ ਨੂੰ। ਕਹਿੰਦਾ ਬਈ ਗੁਰੂ ਨਾਨਕ ਸਾਹਿਬ ਦਾ ਜਨਮ ਸਥਾਨ ਹੋਵੇ, ਸਿੱਖੀ ਦਾ ਜਨਮ ਸਥਾਨ ਹੋਵੇ ਤੇ ਕੋਈ ਦੀਵਾ ਬੱਤੀ ਨਹੀਂ। ਉਹ ਹੱਥ ਜੋੜ ਕੇ ਖੜਾ ਕਹਿੰਦਾ ਜੀ ਮਹਾਰਾਜ ਆਮਦਨ ਕੋਈ ਨਹੀਂ, ਕੋਈ ਆਉਂਦਾ ਜਾਂਦਾ ਨਹੀਂ, ਤੇ ਜੇ ਹੁਣ ਕੋਈ ਆਮਦਨ ਦਾ ਜ਼ਰੀਆ ਨਹੀਂ ਮਹਾਰਾਜ ਤੇ ਮੈਂ ਦੀਵਾ ਬੱਤੀ ਕਾਹਦੇ ਨਾਲ ਕਰਾਂ। ਸ਼ੇਰੇ ਪੰਜਾਬ ਸ਼ਾਮ ਪਈ ਸੀ, ਕੁਝ ਨਹੀਂ ਬੋਲਿਆ। ਸਵੇਰਾ ਹੋਇਆ, ਬੁਲਾਇਆ ਉਸ ਪੁਜਾਰੀ ਨੂੰ, ਘੋੜਾ ਦਿੱਤਾ। ਕਹਿੰਦਾ ਜਾ ਜਿੱਥੋਂ ਤੱਕ ਫਿਰਦਾ ਫੇਰ ਕੇ ਆ। ਅੱਜ ਵੀ ਉਹ 500 ਮਰਬੇ ਤੋਂ ਉੱਤੇ ਰਕਬਾ ਜਿਹੜਾ ਨਨਕਾਣਾ ਸਾਹਿਬ ਦੇ ਨਾਮ ਪਟਾ ਹੈ ਸ਼ੇਰੇ ਪੰਜਾਬ ਦਾ ਕੀਤਾ ਹੋਇਆ। ਕੋਈ ਹੈ ਅੱਜ ਦਾ ਸ਼ੇਰੇ ਪੰਜਾਬ? ਇੱਕ ਦਾ ਰਾਜ ਖੁੱਸ ਜਾਂਦਾ, ਉਹਨੂੰ ਪੰਜਾਬ ਦੇ ਦਰਿਆਵਾਂ ਦਾ ਪਾਣੀ ਚੇਤੇ ਆ ਜਾਂਦਾ ਤੇ ਚੰਡੀਗੜ੍ਹ ਚੇਤੇ ਆ ਜਾਂਦਾ ਤੇ ਪੰਥ ਦਾ ਖਤਰਾ ਦਿਸ ਪੈਂਦਾ। ਆ ਜਿਹੜਾ ਹੁਣ ਬੈਠਾ ਇਹ ਜਦੋਂ 3 ਸਾਲ ਹੋ ਜਾਂਦੇ ਤੇ ਇਹਨੂੰ ਪੰਜਾਬ ਦੇ ਵਿੱਚ ਖਾਲਿਸਤਾਨੀ ਤੇ ਅੱਤਵਾਦੀ ਦਿਸਣ ਲੱਗ ਜਾਂਦੇ ਆ। ਇਹ ਮੈਂ ਇੱਕ ਦੀ ਗੱਲ ਮੈਂ ਪਹਿਲਾਂ ਬੇਨਤੀ ਕੀਤੀ ਕਿ ਸਾਰੇ ਇੱਕੋ ਕੋਲ, ਚਾਹੇ ਗੰਗਾ ਰਾਮ ਚਾਹੇ ਜਮਨਾ ਦਾਸ, ਘੱਟ ਕੋਈ ਵੀ ਨਹੀਂ ਇਹਨਾਂ 'ਚ। ਇੱਕ ਉਹ ਬਾਦਸ਼ਾਹ ਸੀ ਉਹ ਜਿਹੜਾ 500 ਮਰਬੇ ਤੋਂ ਉੱਤੇ ਗੁਰੂ ਘਰ ਦੇ ਨਾਂ ਪਤਾ ਕਰਾ ਰਿਹਾ ਕਿ ਜਦ ਤੱਕ ਇਹ ਦੁਨੀਆ ਰਵੇ ਗੁਰੂ ਨਾਨਕ ਦਾ ਲੰਗਰ ਇੱਥੋਂ ਚੱਲੇ। ਇੱਕ ਅੱਜ ਦੇ ਸ਼ੇਰੇ ਪੰਜਾਬ ਹੈ, ਹੁਣ ਤੁਲਨਾ ਤੁਸੀਂ ਆਪੇ ਕਰੀ ਜਾਓ, ਬਹੁਤਾ ਮੈਂ ਨਹੀਂ ਕਹਿੰਦਾ ਇਹਨਾਂ ਦਾ। ਸਾਡੀ ਹਾਲਤ ਹੈ ਸਿੱਖ ਕੌਮ ਦੀ, अपने ही घर को आग लगी अपने ही चिराग से, और तकिया जिन पत्तों पे था समा आने पर वही हवा देने लगे। आ किसान भी एक था कटे हुए, इन्हों कुर्बानी देनी चेते आ गई। केड़ी कुर्बानी दी इन्हें? वो कुर्बानी देनी सी उदों दिंदे जिदन उत्थे ये बिल जिहड़े सी आर्डीनेंस बना के लिआंदे गए, उदों ते उत्थे साइन कर रहे सी। वो किसी नूं भुलेखा होवे 3 सितंबर 1920 की अखबार पढ़ो, स्पोक्समैन इन्हों ने बयान पढ़ो कि की कुत्ते भौंकदे सी उत्थे। शायद किसी नूं गल चंगी ना लगे। मैं पहलों बेनती की, मैं कोई लीडर नहीं, मैं वोटां नहीं लैणियां पर चाहिए जे। 17-18 सितंबर आई, आ किसान भरा इत्थे इकट्ठे होए, इन्हों ने कुर्बानी दे के रिजाइन कर लिया। वो गऊ ते सूर दा मेल की है? SGPC का चीफ सकत्तर लंगोवाल तो साहब बाद चीफ प्रधान साडा कौन है जी? इजहार आलम। वो सिख जग च कोई एडा बुद्धिजीवी नहीं साडे को रह गया। ये हालात है सिखो इधे। वो किसान वीरों गौर करो, ये साडी हालात है अज। एक कौड़ी सच्चाई है, बड़ियां रिपोर्टां पहुंचनियां। मेरे इलाके का कुहार सिंह मिनिस्टर इधर एक बार गल हुई, पता की कहंदा, ढाडी इन्हों 100 रुपया दे के जो मर्जी स्टेज से कहा लो। तो गल मैं इन्नी कही सी कि जेडे असीं 1984 के उजड़े हुए हैं कि उन्होंने किया की है तुहाडी SGPC ने श्रोमणी अकाली दल, दूजिਆਂ ਨੂੰ ਤੁਸੀਂ ਕੀ कहना है? तो ਉਹਦੀ ਇਹ गल सी कहना ढाडियां ਨੂੰ 100 रुपया दे दो, कहना कुत्ते वांग भगा लो इन्हों तो जो मर्जी है स्टेज ते। ये हालात है इन्हों लोगों की ਜਿਹੜੇ ਸਾਡੇ कौम के अलंबरदार जिन्होंने असी आका मनी बैठे। तो हम मैं बेनती कर रहा सी कि अज वो 500 मरबे तो उत्ते शेरे पंजाब का गुरु घर की सेवा, तो अज दे शेरे पंजाबां का हाल तुसीं मेरे तो वध जानते हो गुरु के सिंह। उसदे बाद एक दिन शेरे पंजाब बैठा, मन का फुरना बनया भी मैं लोगों को मिलना है, अपने सिफा सलार नाल लाए।
ਆਪਣੇ ਸਿਪਾਹੀ ਸੇਵਾਦਾਰਾਂ ਨੂੰ ਨਾਲ ਲਿਆ। ਸ਼ੇਰੇ ਪੰਜਾਬ ਹਾਥੀ ਤੇ ਬੈਠਾ, ਫੀਲਵਾਨ ਹਾਥੀ ਹੱਕ ਰਿਹਾ। ਲਾਹੌਰ ਦੇ ਬਾਜ਼ਾਰਾਂ 'ਚ ਦੋਨੋਂ ਪਾਸੇ ਖੜੀ ਲੋਕਾਈ ਖਲਕਤ ਉਹ ਸ਼ੇਰੇ ਪੰਜਾਬ ਦੇ ਨਾਂ ਦੇ ਜੈਕਾਰੇ ਲਾ ਰਿਹਾ। ਤੇ ਜਿਵੇਂ ਉਹ ਸ਼ੇਰੇ ਪੰਜਾਬ ਚੜ੍ਹਿਆ ਜਾ ਰਿਹਾ ਹਾਥੀ ਤੇ ਲੋਕ ਉਹਦੇ ਵੱਲ ਤੱਕ ਕੇ ਕੀ ਕਹਿ ਰਿਹਾ ਸੁਣਨਾ ਜਾ ਰਿਹਾ। ਉਸ ਖਿਆਲ ਨੂੰ ਸਾਕੇ ਦੇ ਵਿੱਚ ਤੁਹਾਡੀ ਜਥਾ ਹੋਵੇ। ਸਰ ਕਰਨ ਲਈ
ਲੋਕ ਜੈਕਾਰੇ ਛੱਡ ਰਹੇ, ਸ਼ੇਰੇ ਪੰਜਾਬ ਕੀ ਦੇਖ ਰਿਹਾ? ਇਸ ਭੀੜ ਦੇ ਇੱਕ ਪਾਸੇ ਤੇ ਇੱਕ ਪਿੱਛੇ ਵਿਰਧ ਜੇ ਮਾਈ ਖੜੀ ਹੈ, ਇਹਦੇ ਆ ਟੁੱਟੀ ਜੀ ਸੋਟੀ ਹੈ, ਇੱਕ ਟੁੱਟਾ ਜਿਹਾ ਕੜਾਈਆ ਜਿਹਾ ਫੜਿਆ, ਤੱਕਿਆ ਨੂੰ ਤਰਲੋ ਮੱਛੀ ਹੁੰਦੀ ਨੂੰ ਫੀਲਵਾਨ ਨੂੰ ਆਰਡਰ ਕੀਤਾ, ਹੁਕਮ ਕੀਤਾ, ਹਾਥੀ ਰੁਕਿਆ, ਬਿਠਾਇਆ ਗਿਆ। ਸ਼ੇਰੇ ਪੰਜਾਬ ਕੋਲ ਦੌੜ ਕੇ ਸਿਪਾਹੀ ਆਇਆ, ਕਹਿੰਦਾ ਜੀ ਕੀ ਹੁਕਮ? ਸ਼ੇਰੇ ਸਿੰਘ ਸਾਹਿਬ ਕਹਿੰਦੇ ਇਸ ਭੀੜ ਦੇ ਪਿੱਛੇ ਇੱਕ ਮਾਈ ਵਿਰਧ ਖੜੀ ਆ, ਉਹਨੂੰ ਅੱਗੇ ਲੈ ਕੇ ਆ। ਜਿਸ ਵੇਲੇ ਉਹ ਲੈ ਕੇ ਆਇਆ ਨਾ ਸਿਪਾਹੀ, ਉਸ ਮਾਈ ਨੂੰ ਕੋਲ, ਉਹ ਮਾਈ ਝੁਕਣ ਲੱਗੀ ਇਸ ਸ਼ੇਰੇ ਪੰਜਾਬ ਦੇ ਚਰਨਾਂ 'ਤੇ। ਇਸ ਤੋਂ ਪਹਿਲੋਂ ਸ਼ੇਰੇ ਪੰਜਾਬ ਝੁਕਿਆ ਉਹਦੇ ਚਰਨਾਂ 'ਤੇ, ਉਹਨੂੰ ਬਾਹਾਂ ਤੋਂ ਫੜ ਕੇ ਕਹਿੰਦਾ ਮਾਤਾ ਇਹ ਹੱਥ ਪੁੱਤਾਂ ਦੇ ਪੈਰਾਂ ਨੂੰ ਛੂਹਣ ਲਈ ਨਹੀਂ ਹੁੰਦੇ, ਇਹ ਪੁੱਤਾਂ ਦੇ ਸਿਰਾਂ 'ਤੇ ਅਸੀਸਾਂ ਦੇਣ ਲਈ ਹੁੰਦੇ। ਬੇ ਸ਼ੇਰੇ ਪੰਜਾਬ ਮੇਰੀ ਗੱਲ ਤਾਂ ਸੁਣ, ਇਹ ਪੁੱਤ ਰਣਜੀਤ ਮੇਰੀ ਗੱਲ ਤਾਂ ਸੁਣ। ਕਹਿੰਦਾ ਮਾਂ ਇੱਕ ਵਾਰੀ ਫੇਰ ਕਹਿ। ਕਹਿੰਦੀ ਵੇ ਪੁੱਤ ਮੇਰੀ ਗੱਲ ਤਾਂ ਸੁਣ ਲੈ। ਕਹਿੰਦਾ ਮਾਂ ਕੰਨਾਂ ਨੂੰ ਬੜਾ ਚੈਨ ਮਿਲਿਆ, ਸਕੂਨ ਮਿਲਿਆ, ਮਾਂ ਰਾਜਕੌਰ ਸੀ, ਉਸ ਤੋਂ ਬਾਅਦ ਅੱਜ ਤੂੰ ਮੈਨੂੰ ਪੁੱਤ ਕਹਿ ਕੇ ਬੁਲਾ ਰਹੇ ਨੇ, ਤੇ ਸਿੰਘ ਸਾਹਿਬ ਤੇ ਸ਼ੇਰੇ ਪੰਜਾਬ ਕਹਿਣ ਵਾਲੇ ਹਜ਼ਾਰਾਂ ਨਹੀਂ ਲੱਖਾਂ ਹੈ। ਦੱਸ ਕੀ ਹੁਕਮ ਹੈ? ਵੇ ਪੁੱਤਾ ਘਰ 'ਚ ਗਰੀਬੀ ਫੜੀ ਹੈ, ਇੱਥੇ ਮਾਤਾ ਟੁੱਟਾ ਜਿਹਾ ਕੜਾਈਆ ਜਿਹਾ ਕੱਲ੍ਹ ਚੱਕੀ ਫਿਰਦੇ ਪਤੀਲਾ ਜਾਵੇ। ਪੁੱਤ ਮੈਂ ਸੁਣਿਆ ਸੀ ਤੂੰ ਪਾਰਸ ਹੈ, ਮੈਂ ਦੇਖਣਾ ਚਾਹੁੰਦੀ ਤੈਨੂੰ ਸੁਹਾ ਕੇ ਇਹਨੂੰ ਲੋਹੇ ਨੂੰ ਸੋਨਾ ਬਣਾ ਲਵਾਂ, ਆਪਣੀ ਗਰੀਬੀ ਦੂਰ ਕਰ ਲਵਾਂ। ਇਹੋ ਜਿਹਾ ਸ਼ੇਰੇ ਪੰਜਾਬ ਸੀ ਜਿਹਨੇ ਲੋਕਾਂ ਦੇ ਦਿਲਾਂ 'ਤੇ ਰਾਜ ਕੀਤਾ ਹੈ, ਜਿਸਮਾਂ 'ਤੇ ਰਾਜ ਨਹੀਂ। ਅੱਜ ਵੀ ਦੁਨੀਆ ਉਹਨੂੰ ਤਦ ਯਾਦ ਕਰਦੀ। ਗੁਰੂ ਕਿਰਪਾ ਕਰੇ ਇਹ ਅੱਜ ਦੇ ਸ਼ੇਰੇ ਪੰਜਾਬ ਕਹਾਉਣ ਵਾਲਿਆਂ ਨੂੰ ਕਿਤੇ ਉਹ 'ਚੋਂ ਥੋੜ੍ਹੀ ਜਿਹੀ ਵੀ ਸੁਮੱਤ ਬਖਸ਼ ਦੇਵੇ, ਅਤੇ ਇਸ ਪੰਜਾਬ ਦਾ ਨਹੀਂ ਭਾਰਤ ਦਾ ਹੀ ਭਲਾ ਹੋ ਸਕਦਾ। ਅੱਜ ਸੋਚਦੇ ਹਾਂ ਕਦੇ ਕਦੇ ਕੋਈ ਪੋਰਸ ਹੋਵੇ ਜਿਹਨੇ ਸਿਕੰਦਰ ਵਰਗੇ ਦਾ ਮੂੰਹ ਮੋੜ ਦਿੱਤਾ ਸੀ, ਸ਼ਾਇਦ ਮੋਦੀ ਨੇ ਇਸ ਇਤਿਹਾਸ ਨੂੰ ਕਦੇ ਪੜ੍ਹਿਆ ਜਾਂ ਸੁਣਿਆ ਨਹੀਂ ਹੋਣਾ। ਅਤੇ ਇਹ ਕਿਸਾਨ ਵੀਰੋ ਨਹੀਂ, ਸਮੁੱਚੇ ਪੰਜਾਬੀਓ ਵਿੱਚ ਇਕੱਲਾ ਕਿਸਾਨ ਹੀ ਨਹੀਂ ਰੁਲਣਾ, ਇਹਦੇ 'ਚ ਸਾਰੇ ਪੰਜਾਬ ਨੇ ਰੁਲ ਜਾਣਾ ਜੇ ਇਹ ਗੱਲ ਲਾਗੂ ਹੁੰਦੀ ਹੈ ਸਾਡੇ 'ਤੇ। ਮੈਨੂੰ ਕੱਲ੍ਹ ਦੀ ਯਾਦ ਹੈ, ਮੈਂ ਬੈਠਾ ਟੀ ਵੀ 'ਤੇ ਇੱਕ ਡਿਬੇਟ ਦੇਖ ਰਿਹਾ ਸੀ, ਉਹ 'ਚੋਂ ਭੰਡਾਰੀ ਜੀ ਬੈਠੇ ਸਾਡੇ ਪੰਜਾਬ ਦੇ ਜਿਹੜੇ ਭਾਜਪਾ ਵੱਲੋਂ ਹੈ। ਉਹ ਕਹਿੰਦਾ ਜੀ ਕਿਸਾਨ ਉਸ ਬਿੱਲ ਨੂੰ ਪੜ੍ਹ ਕੇ ਤਾਂ ਦੇਖ ਲੈਣ, ਤੇ ਮੋਹਰੇ ਕਿਸਾਨ ਆਗੂ ਕੁਲਦੀਪ ਸਿੰਘ ਜੀ ਬੈਠੇ ਸੀ, ਉਹ ਕਹਿੰਦੇ ਵੀ ਅਸੀਂ ਅਨਪੜ੍ਹ ਨਹੀਂ ਗੇ, ਅਸੀਂ ਪੜ੍ਹਿਆ ਕਰਕੇ ਤਾਂ ਅਸੀਂ ਇਹ ਐਜੀਟੇਸ਼ਨ ਕਰ ਰਹੇ ਹਾਂ, ਸਾਨੂੰ ਤਾਂ ਕੋਈ ਸਿਰ ਨਹੀਂ ਫਿਰਿਆ। ਭਾਵ ਉਹ ਦਿੱਲੀ ਵਾਲੇ ਸਾਨੂੰ ਇੰਨਾ ਕੀ ਸਮਝਦੇ ਵੀ ਇਹ ਸਾਰਾ ਅਨਪੜ੍ਹ ਟੋਲਾ ਐਵੇਂ ਹੀ ਰੌਲੀ ਪਾਈ ਜਾਂਦਾ। ਅਸੀਂ ਰੌਲੀ ਨਹੀਂ ਪਾ ਰਹੇ। ਇੱਕ ਯਾਦ ਰੱਖਿਓ ਜ਼ਿਮੀਂਦਾਰ ਭਰਾਵੋ ਜਾਂ ਪੰਜਾਬੀਓ, ਸਾਈਕਲ ਨੂੰ ਲੱਗਣ ਵਾਲਾ ਇੱਕ ਪੇਚ ਜਾਂ ਸਕਰਿਊ ਵੀ ਕੋਈ ਇੰਡਸਟਰੀਲਿਸਟ ਬਣਾਉਂਦਾ ਤੇ ਉਹਦੀ ਕੀਮਤ ਉਹ ਤੈਅ ਕਰਦਾ, ਪਰ ਜ਼ਿਮੀਂਦਾਰ ਦੀ ਫਸਲ ਜ਼ਿਮੀਂਦਾਰ ਕਿੱਦਾਂ ਉਗਾਉਂਦਾ, ਪੈਦਾ ਕਰਦਾ ਹੈ, ਉਹਨੂੰ ਮੰਡੀ ਤੱਕ ਲੈ ਕੇ ਆਉਂਦਾ ਹੈ, ਇਹ ਜ਼ਿਮੀਂਦਾਰ ਜਾਣਦਾ। ਤੇ ਜਿਹੜੇ ਬਹੁਤੇ ਉਹਦੇ ਰੇਟ ਤੈਅ ਕਰਨ ਵਾਲੇ ਨਾ ਦਿੱਲੀ 'ਚ ਬੈਠੇ ਏਸੀ ਦੇ ਅੰਦਰ, ਸ਼ਾਇਦ ਉਹਨਾਂ ਨੂੰ ਉਸ ਫਸਲ ਦੀ ਸ਼ਕਲ ਦਾ ਵੀ ਨਹੀਂ ਪਤਾ ਹੋਊਗਾ। ਇੱਕ ਕੌੜੀ ਸੱਚਾਈ ਹੈ, ਕਿਉਂਕਿ ਇੱਕ ਪੰਜਾਬ ਦੀ ਕਹਾਵਤ ਹੈ ਨਾ ਕਿ ਸੌਣ ਭਾਦੋਂ ਦੇ ਜੰਮਿਆਂ ਨੂੰ ਪਤਾ ਨਹੀਂ ਹੁੰਦਾ ਜੇਠ ਹਾੜ ਦੀ ਲੋਕ ਇਹੋ ਜਿਹੀ ਹੁੰਦੀ ਹੈ। ਜ਼ਿਮੀਂਦਾਰ ਕਰੋੜਾਂ ਦੀ ਜਾਇਦਾਦ ਦਾ ਮਾਲਕ ਹੈ, 8-10 ਲੱਖ ਰੁਪਈਆ ਉਹਨੇ ਦੇਣਾ ਹੁੰਦਾ, ਵਿਚਾਰਾ ਆਤਮ ਹੱਤਿਆ ਕਰ ਰਿਹਾ। ਉਹ ਲੋਕਾਂ ਦਾ ਢਿੱਡ ਭਰਨ ਵਾਲਾ ਆਤਮ ਹੱਤਿਆ ਕਰ ਰਿਹਾ, ਜਿਹੜਾ ਅੰਨਦਾਤਾ ਜਿਹਨੂੰ ਅਸੀਂ ਕਹਿੰਦੇ, ਜੇ ਅੰਨਦਾਤਾ ਹੀ ਆਤਮ ਹੱਤਿਆ ਕਰ ਰਿਹਾ, ਦਾਤਾ ਹੀ ਹੱਤਿਆ ਕਰ ਰਿਹਾ, ਤੇ ਜਿਹੜਾ ਉਹਦੇ ਤੋਂ ਸਹਾਰਾ ਲੈਣ ਵਾਲਾ ਉਹਦਾ ਹਾਲ ਕੀ ਹੋਵੇ ਆਪਾਂ ਆਪ ਸੋਚ ਸਕਦੇ। ਕਿ ਪਰ ਇੱਕ ਯਾਦ ਰੱਖਿਓ, ਸਾਡੀ ਸੋਚ ਕੀ ਬਣ ਗਈ ਜ਼ਿਮੀਂਦਾਰ ਭਰਾਵਾਂ ਦੀ ਜਾਂ ਆਵਾਮ ਦੀ? ਹਾਊ ਕੈਨ ਆਈ ਡੂ, ਮੈਂ ਕੀ ਕਰ ਸਕਦਾ। ਲੋ ਇਫ ਯੂ ਕੈਨ ਵਾਈ ਆਈ ਕਾਂਟ। ਉਹ ਆਰਡੀਨੈਂਸ ਬਣਾ ਕੇ ਕਾਨੂੰਨ ਬਣਾ ਸਕਦੇ ਹੈ, ਪਰ ਉਹ ਇਹ ਨਹੀਂ ਜਾਣਦੇ ਕਿ ਇਹ ਪੰਜਾਬ ਜਾਂ ਸਾਡੇ ਪੰਜਾਬ ਦਾ ਮੰਡੀਕਰਨ ਏਸ਼ੀਆ 'ਚ ਵਰਲਡ 'ਚ ਮੰਨਿਆ ਜਾਂਦਾ ਵਧੀਆ। ਸਾਨੂੰ ਉਸ ਭਲਾਈ ਦੀ ਲੋੜ ਹੀ, ਸਾਡੇ 'ਤੇ ਜ਼ਬਰਦਸਤੀ ਇਹ ਭਲਾਈ ਕਿਉਂ ਠੋਕੀ ਜਾ ਰਹੀ, ਸਾਨੂੰ ਇਹਦੀ ਲੋੜ ਹੀ ਨਹੀਂ। ਬਸ ਇਹ ਡੈਮੋਕ੍ਰੇਸੀ ਹੈ ਭਾਈ, ਇੱਥੇ ਹਰ ਇੱਕ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ, ਉਹਦਾ ਸੁਣਨਾ ਵੀ ਫਰਜ਼ ਹੈ। ਜਿਹੜਾ ਰਾਜਾ ਹੁੰਦਾ ਜਾਂ ਬਾਦਸ਼ਾਹ ਹੁੰਦਾ ਉਹ ਸਾਡਾ ਇੱਕ ਬਾਪ ਦੇ ਸਮਾਨ ਹੁੰਦਾ, ਅਤੇ ਬੱਚਿਆਂ ਦੀ ਗੱਲ ਨੂੰ ਸੁਣਨਾ ਬਾਦਸ਼ਾਹ ਦਾ ਪਹਿਲਾ ਫਰਜ਼ ਵੀ। ਸੋ ਇਹ ਬੇਨਤੀਆਂ ਹੈ, ਮੈਂ ਕੋਈ ਪਹਿਲੋਂ ਬੇਨਤੀ ਕੀਤੀ, ਕੋਈ ਲੀਡਰ ਨਹੀਂ, ਮੈਂ ਕੋਈ ਪੜ੍ਹਿਆ ਲਿਖਿਆ ਨਹੀਂ,
ਜਾਂ ਕੋਈ ਮੇਰਾ ਉਹ ਨਹੀਂ, ਮੈਂ ਤਾਂ ਕਿ ਤੁਹਾਡੇ ਵਰਗਾ ਗਰੀਬ ਜਿਹੇ ਘਰਾਣੇ 'ਚ ਜੰਮਿਆ ਇਨਸਾਨ ਹੈ, ਅਦਲਾ ਜਿਹਾ ਇਨਸਾਨ ਹੈ, ਜਿਹਨੇ ਇਹ ਗੁਰੂ ਪਿਆਰਿਓ ਅੱਜ ਦੀ ਇਹ ਸੇਵਾ ਜਿੰਨੀ ਕੁ ਵਾਹਿਗੁਰੂ ਨੇ ਸਮਾਂ ਬਖਸ਼ਿਆ, ਸੁਮਤ ਬਖਸ਼ੀ, ਤੁਹਾਡੇ ਸੇਵਾ 'ਚ ਹਾਜ਼ਰ ਹੋਏ ਹਾਂ। ਸਤਿਗੁਰੂ ਕਿਰਪਾ ਕਰੇ ਆਪ ਨੂੰ, ਸਾਰੇ ਭਰਾਵਾਂ ਨੂੰ, ਜਿੰਨੀਆਂ ਵੀ ਜਥੇਬੰਦੀਆਂ ਜਾਂ ਜਿੰਨੇ ਵੀ ਇਹਦੇ ਵਿੱਚ ਸਾਰੇ ਤੁਸੀਂ ਸ਼ਾਮਲ ਹੋ ਰਹੇ ਹੋ, ਇੱਕ ਮੁੱਠ ਹੋ ਕੇ, ਕਿਉਂਕਿ ਆਹ ਘਸੁੰਨ ਬਣਦਾ ਇਹਨੂੰ ਪੰਜਾਬੀ 'ਚ ਕਹਿੰਦੇ, ਅਤੇ ਜੇ ਇਹਦੀ ਉਂਗਲ ਇੱਕ ਇੱਕ ਕੱਲੀ ਕੱਲੀ ਹੋ ਜਾਏ ਤਾਂ ਫਿਰ ਸਦਾ ਹੀ ਜਿਹੜਾ ਮਰਜ਼ੀ ਮਰੂੜ ਜਾਂਦਾ ਹੈ। ਇਸ ਕਰਕੇ ਲੋੜ ਹੈ ਇਕੱਤਰਤਾ ਦੀ, ਇੱਕ ਦੂਜੇ ਦੀ ਗੱਲ ਨੂੰ ਸਮਝਣ ਦੀ ਅਤੇ ਸੋਚਣ ਦੀ। ਜਦੋਂ ਅਸੀਂ ਇਸ ਪਲੇਟਫਾਰਮ 'ਤੇ ਇਕੱਠੇ ਹੋਵਾਂਗੇ, ਭਾਈ ਜੇ ਇੱਕ ਗੱਲ ਕਰ ਰਿਹਾ ਉਹਨੂੰ ਸਮਝਣਾ, ਵਿਚਾਰਨਾ ਸਾਡਾ ਫਰਜ਼ ਹੈ ਇੱਕ ਦੂਜੇ ਨਾਲ। ਕਿਉਂਕਿ ਮੈਨੂੰ ਯਾਦ ਹੈ ਮੇਰਾ ਇੱਕ ਢਾਡੀ ਜਥਾ, ਮੈਂ ਨਾਂ ਨਹੀਂ ਲੈਣਾ, ਉਹ ਕੱਲ੍ਹ ਇੱਥੇ ਗੱਲ ਹੋਈ, ਕਹਿੰਦਾ ਆਲਵਾ ਉੱਥੇ ਜਾਣ ਦਾ ਫਾਇਦਾ ਤਾਂ ਕੋਈ ਹੈ ਨਹੀਂ। ਅਤੇ ਮੈਂ ਕਿਹਾ ਜਿਹੜੇ ਵੀਰ ਉੱਥੇ 2 ਮਹੀਨੇ ਤੋਂ ਬੈਠੇ ਆ ਮੋਰਚਾ ਲਾ ਕੇ, ਕੀ ਗੱਲ ਉਹ ਫਾਇਦੇ ਲਈ ਬੈਠੇ ਆ, ਕਾਹਦੇ ਲਈ ਬੈਠੇ ਆ? ਆਪਣਾ ਜਿੰਨਾ ਕੁ ਫਰਜ਼ ਬਣਦਾ ਆਪਾਂ ਉੱਥੇ ਚੱਲੀਏ। ਸੋ ਧੰਨਵਾਦ, ਜਿੰਨੀ ਕੁ ਮਹਾਰਾਜ ਪਰਮਾਤਮਾ ਨੇ ਸੁਮਤ ਬਖਸ਼ੀ ਵੀਰੋ, ਮੈਂ ਆਪ ਜੀ ਦੀ ਸੇਵਾ 'ਚ ਹਾਜ਼ਰ ਹੋਇਆ। ਸਾਰੀਆਂ ਕਿਸਾਨ ਜਥੇਬੰਦੀਆਂ ਨੂੰ, ਜਿੰਨੇ ਕਿ ਇੱਥੇ ਵੀਰ ਹਾਜ਼ਰ ਬੈਠੇ ਹੋ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ, ਸਿਦਕ ਬਖਸ਼ੇ, ਸਬਰ ਬਖਸ਼ੇ, ਕਿਉਂਕਿ ਆਜ਼ਾਦੀ ਦੀ ਗੱਲ 1857 ਅਤੇ 1947 90 ਸਾਲ ਲੱਗੇ ਸੀ, ਅਤੇ ਉਹਦੇ ਵਿੱਚ ਇਸ ਪੰਜਾਬ ਦੇ ਪੰਜਾਬੀਆਂ ਦੀ ਕੁਰਬਾਨੀ ਤਕਰੀਬਨ 90% ਹੈ, ਅਤੇ ਬਾਕੀ ਸਾਰੇ ਭਾਰਤ ਦੀ ਹੈ। ਹੁਣ ਇੰਨਾ ਸਮਾਂ ਨਹੀਂ ਤਾਂ ਮੈਂ ਵੇਰਵੇ ਨਾਲ ਤੁਹਾਨੂੰ ਸਾਰਾ ਕੁਝ ਹੀ ਗਿਣ ਦੇਣਾ ਸੀ। ਇਸ ਕਰਕੇ ਇਹ ਜਿਹੜੀਆਂ ਗੱਲਾਂ ਨਾ, ਇਹ 'ਚ ਬੜਾ ਕੁਝ ਹੋਣਾ, ਕਈ ਲਾਲਚ ਆਉਣੇ, ਕਈ ਹੋਰ ਰੁਕਾਵਟਾਂ ਆਉਣੀਆਂ, ਕਈ ਕੁਝ ਹੋਣਾ ਹੈ, ਪਰ ਸਤਿਗੁਰ ਕਿਰਪਾ ਕਰੇ, ਸਿਦਕ ਬਖਸ਼ੇ, ਸਬਰ ਬਖਸ਼ੇ ਅਤੇ ਇਕੱਤਰਤਾ ਆਪ ਜੀ ਨੂੰ ਬਖਸ਼ੇ। ਇੰਨੀਆਂ ਕੁ ਬੇਨਤੀਆਂ ਕਰਿਓ ਪ੍ਰਵਾਨ। ਧੰਨਵਾਦ ਸਾਰੀਆਂ ਕਿਸਾਨ ਜਥੇਬੰਦੀਆਂ ਦਾ, ਪੁਲਿਸ ਮੁਲਾਜ਼ਮਾਂ ਦਾ, ਕਿਉਂਕਿ ਉਹਨਾਂ ਦੀ ਵੀ ਡਿਊਟੀ ਹੈ, ਉਹਨਾਂ ਨੇ ਆਪਣੀ ਡਿਊਟੀ ਵਜਾਉਣੀ ਹੈ। ਇਸ ਕਰਕੇ ਕੋਈ ਸ਼ਬਦ ਕਿਸੇ ਤਰ੍ਹਾਂ ਦਾ ਮੇਰੇ ਕੋਲ ਕੋਈ ਕਿਹਾ ਗਿਆ ਹੋਵੇ, ਮੈਂ ਮਾਫੀ ਚਾਹੁੰਦਾ। ਵੈਸੇ ਤਾਂ ਸਾਡੇ ਸਤਿਕਾਰਯੋਗ ਪਹਿਲੋਂ ਵੀ ਗੱਲ ਇਹ ਹੋਈ ਸੀ ਕਿ ਸਾਡੇ ਭਰਾ ਹੈ, ਪਰ ਡਿਊਟੀ ਹੈ ਉਹਨਾਂ ਦੀ। ਧੰਨਵਾਦ ਮੇਰੇ ਵੀਰ ਨਰਵੈਰ ਅਤੇ ਅਕਾਲ ਚੈਨਲ ਵਾਲਿਆਂ ਦਾ, ਜਿਹੜੇ ਇਸ ਪ੍ਰੋਗਰਾਮ ਨੂੰ ਕਵਰ ਕਰ ਰਹੇ, ਬਾਹਰ ਤੱਕ ਵੀ ਇਹ ਸੁਨੇਹਾ ਪਹੁੰਚਾ ਰਹੇ, ਅਤੇ ਬਾਹਰ ਵਿਦੇਸ਼ਾਂ 'ਚ ਬੈਠੇ ਵੀ ਸਾਡੇ ਉਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ, ਜੋ ਹਰ ਗੱਲ ਦੇ ਨਾਲ ਇਸ ਪੰਜਾਬ ਨਾਲ, ਭਾਰਤ ਦੇ ਨਾਲ ਜੁੜ ਕੇ ਬੈਠੇ। ਸੋ ਇੰਨੀਆਂ ਕੁ ਬੇਨਤੀਆਂ ਕਰਿਓ ਪ੍ਰਵਾਨ। ਦਾਸ ਬਲਵਿੰਦਰ ਸਿੰਘ ਆਲਮ, ਪਿੰਡ ਬੱਗਾ, ਨਜ਼ਦੀਕ ਸ਼ਾਹਕੋਟ, ਜ਼ਿਲ੍ਹਾ ਜਲੰਧਰ। ਨਾਲ ਦੇ ਸਾਥੀ ਢਾਡੀ ਸੂਰਜਪਾਲ ਸਿੰਘ ਆਲਮ, ਢਾਡੀ ਜਗਦੀਪ ਸਿੰਘ ਜੋਧਾ, ਸਰੰਗੀ ਤੇ ਜਸਵਿੰਦਰ ਸਿੰਘ ਮੱਖਣ, ਪਿੰਡ ਜਲਾਲਾਬਾਦ। ਤਬਲੇ ਤੇ ਜਸਵੰਤ ਸਿੰਘ ਪੰਥੀ। ਇੰਨੀਆਂ ਕੁ ਬੇਨਤੀਆਂ ਕਰਿਓ ਪ੍ਰਵਾਨ। ਗੁਰੂ ਪਿਆਰਿਓ, ਹੋਈਆਂ ਭੁੱਲਾਂ ਦੀ ਖਿਮਾ। ਆਉਣ ਵਾਲੇ ਬੁਲਾਰਿਆਂ ਨੂੰ, ਜਥਿਆਂ ਨੂੰ, ਜਥੇਬੰਦੀਆਂ ਨੂੰ ਬਹੁਤ ਬਹੁਤ ਜੀਓ ਆਇਆਂ। ਸਤਿਗੁਰ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ, ਹਰਮਦਾਨੇ ਫਤਿਹ ਬਖਸ਼ਿਸ਼ ਕਰਨ। ਇਹ ਬੇਨਤੀਆਂ ਕਰਿਓ ਪ੍ਰਵਾਨ। ਆਖੋ ਗੱਜ ਕੇ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।